गुड ਈਵਨਿੰਗ एवरीवन। मेरा नाम जतिन बंसल है। ਅੱਜ ਆਪਾਂ ਸਾਊਂਡ ਚੈਪਟਰ ਦਾ ਪਾਰਟ ਸੈਕਿੰਡ ਕਰਾਂਗੇ, ਥਿਊਰੀ ਪਾਰਟ। ਇਸ ਤੋਂ ਪਹਿਲਾਂ ਆਪਾਂ ਸਾਊਂਡ ਚੈਪਟਰ ਦਾ ਫਸਟ ਪਾਰਟ ਕਵਰ ਕਰ ਚੁੱਕੇ ਹਾਂ, ਜੋ ਕਿ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਵਿਜ਼ਿਟ ਕਰਕੇ ਉੱਥੇ ਦੇਖ ਸਕਦੇ ਹੋ। ਸਾਊਂਡ ਚੈਪਟਰ ਤੋਂ ਇਲਾਵਾ ਇਸ ਤੋਂ ਪਹਿਲਾਂ ਆਪਾਂ ਲਾਈਟ ਚੈਪਟਰ ਪੂਰਾ ਕੰਪਲੀਟ ਕੀਤਾ ਹੋਇਆ ਬੇਟਾ। ਜੇ ਤੁਸੀਂ ਲਾਈਟ ਚੈਪਟਰ ਨਹੀਂ ਦੇਖਿਆ ਤਾਂ ਉਹਦੀਆਂ 7 to 8 ਵੀਡੀਓਜ਼ ਨੇ, MCQ ਪਲੱਸ ਥਿਊਰੀ ਹੈ, 200 MCQ ਨੇ ਲਾਈਟ ਚੈਪਟਰ ਦੇ, ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ। ਹਿਊਮਨ ਆਈ ਪੂਰਾ ਚੈਪਟਰ ਕੰਪਲੀਟ ਹੋਇਆ ਪਿਆ, ਤੁਸੀਂ ਉਹ ਵੀ ਪਲੇਲਿਸਟ ਵਿੱਚ ਵਿਜ਼ਿਟ ਕਰਕੇ ਦੇਖ ਸਕਦੇ ਹੋ। ਤੇ ਆਪਣਾ ਵਿਟਾਮਿਨਸ ਦਾ ਚੈਪਟਰ ਵੀ ਕੰਪਲੀਟ ਹੈਗਾ। ਓਕੇ, ਤਾਂ ਬਹੁਤ ਵੈਲ ਤਰੀਕੇ ਨਾਲ ਹੈਂਡ ਰਿਟਨ ਨੋਟਸ ਨੇ ਪ੍ਰੋਪਰ ਵੇ ਨਾਲ। ਤਾਂ ਜੋ ਵੀ ਕੋਈ ਮੈਂ ਆਨਸਰ ਲਿਖ ਰਿਹਾ ਬੇਟਾ, ਬਹੁਤ ਜ਼ਿਆਦਾ ਇੱਕ ਵੈਰੀਫਾਈਡ ਆਨਸਰ ਹੁੰਦਾ ਹੈ ਵੀ। ਤੁਸੀਂ ਆਪਣੇ ਬਸ ਆਰਾਮ ਨਾਲ ਵੀਡੀਓ ਸੁਣੋ, ਹਰ ਇੱਕ ਗੱਲ ਧਿਆਨ ਨਾਲ ਸਮਝੀ ਜਾਓ ਤੇ ਬਸ ਆਪਣੇ ਨੋਟਸ ਬਣਾਓ। ਤਾਂ ਹੋਪ ਕਰਦਾ ਤੁਸੀਂ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਬਹੁਤ ਵੈਲ ਪਰਫਾਰਮ ਕਰੋਗੇ ਸਾਰੇ ਜਣੇ। ਠੀਕ ਹੈ, ਤੇ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਹਾਂ। ਹਾਂਜੀ, ਤਾਂ ਸਭ ਤੋਂ ਪਹਿਲਾਂ ਆਪਾਂ ਸਿੰਪਲ ਪੈਂਡੂਲਮ ਦੀ ਗੱਲ ਕਰਦੇ ਹਾਂ। ਸਾਊਂਡ ਚੈਪਟਰ ਦੇ ਵਿੱਚ ਸਿੰਪਲ ਪੈਂਡੂਲਮ ਕੀ ਹੁੰਦਾ ਹੈ? ਇੱਕ ਪੈਂਡੂਲਮ ਕੀ ਹੁੰਦਾ ਬੇਸਿਕਲੀ? ਇੱਕ ਨਾ ਦੇਖੋ ਬੇਟਾ, ਇੱਕ ਵਾਲ ਲਾ ਕੇ ਚੱਲੋ, ਵਾਲ ਦੇ ਨਾਲ ਇੱਕ ਆਪਣੇ ਧਾਗਾ ਬੰਨਿਆ ਹੁੰਦਾ, ਉਹ ਧਾਗਾ ਜਿਹੜਾ ਮਰਜ਼ੀ ਹੋ ਸਕਦਾ ਹੈ, ਉਹਦੇ ਨਾਲ ਇੱਕ ਰਾਊਂਡ ਸ਼ੇਪ ਦਾ ਆਪਾਂ ਨੇ ਇੱਕ ਬੌਬ ਬੰਨਿਆ ਹੁੰਦਾ। ਤਾਂ ਦੇਖੋ, ਸਿੰਪਲ ਪੈਂਡੂਲਮ ਇਜ਼ ਅ ਸਮਾਲ ਹੈਵੀ ਮੈਟੈਲਿਕ ਬੌਬ। ਤਾਂ ਇਹ ਆਪਣਾ ਮੈਟੈਲਿਕ ਬੌਬ ਹੈਗਾ ਫਿਲਿੰਗਾਂ ਦੇ ਅਨੁਸਾਰ। ਠੀਕ ਹੈ, ਸਸਪੈਂਡਡ ਫਰੋਮ ਅ ਰਿਜਿਡ ਸਪੋਟ। ਆ ਰਿਜਿਡ ਮਤਲਬ ਫਿਕਸ ਹੁੰਦਾ, ਰਿਜਿਡ ਸਪੋਟ ਬਾਏ ਆ ਸਟਰਿੰਗ, ਧਾਗੇ ਦੇ ਨਾਲ। ਠੀਕ ਹੈ, ਤਾਂ ਇਸ ਨੂੰ ਆਪਾਂ ਕੀ ਬੋਲਦੇ ਹਾਂ? ਇੱਕ ਆਪਣਾ ਸਿੰਪਲ ਪੈਂਡੂਲਮ ਬੋਲਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਟਾਈਮ ਟੇਕਨ ਟੂ ਕੰਪਲੀਟ ਵਨ ਸਾਈਕਲ ਇਜ਼ ਕਾਲਡ ਟਾਈਮ ਪੀਰੀਅਡ। ਸਿੰਪਲ ਪੈਂਡੂਲਮ ਦੇ ਵਿੱਚ ਪਹਿਲਾਂ ਆਪਾਂ ਦੇਖਦੇ ਇੱਕ ਸਾਈਕਲ ਕੀ ਹੁੰਦਾ। ਦੇਖੋ, ਇਹ ਇੱਕ ਆਪਣਾ ਕੀ ਹੈ, ਰਿਜਿਡ ਪਲੇਸ ਹੈ। ਇਸ ਤੋਂ ਬਾਅਦ ਇਹ ਆਪਣਾ ਇੱਕ ਬੌਬ ਲਟਕ ਰਿਹਾ ਹੈ। ਇਹ ਬੇਟਾ ਮੈਕਸਿਮਮ ਜਦੋਂ ਆਪਾਂ ਲੈ ਕੇ ਜਾਵਾਂਗੇ, ਦੇਖੋ ਇਸ ਪਲੇਸ ਤੱਕ ਜਾ ਸਕਦਾ ਬੇਟਾ ਮੈਕਸਿਮਮ, ਤੇ ਇੱਧਰਲੇ ਪਾਸੋਂ ਬੇਟਾ ਐਕਸਟ੍ਰੀਮ ਆਪਣਾ ਇਸ ਪਲੇਸ ਤੇ ਜਾ ਸਕਦਾ ਹੈ ਨਾ। ਤਾਂ ਵਨ ਸਾਈਕਲ ਕਿਵੇਂ ਹੋਊਗਾ? ਆ ਜਿਹੜਾ ਬੌਬ ਹੈਗਾ ਪਹਿਲਾਂ ਰਾਈਟ ਜਾਏਗਾ, ਉਸ ਤੋਂ ਬਾਅਦ ਵਾਪਸ ਇਸ ਪੋਜੀਸ਼ਨ ਤੇ ਆਏਗਾ, ਫਿਰ ਲੈਫਟ ਪੋਜੀਸ਼ਨ ਐਕਸਟ੍ਰੀਮ ਤੇ ਜਾਏਗਾ, ਫਿਰ ਵਾਪਸ ਮਿਡਲ ਦੇ ਵਿੱਚ ਆ ਜਾਏਗਾ। ਇਸ ਨੂੰ ਆਪਾਂ ਬੋਲਾਂਗੇ ਇੱਕ ਕੰਪਲੀਟ ਸਾਈਕਲ। ਤਾਂ ਇਸ ਇੱਕ ਸਾਈਕਲ ਨੂੰ ਪੂਰਾ ਕੰਪਲੀਟ ਕਰਨ ਦੇ ਲਈ ਦੇਖੋ ਸਮਾਂ ਤਾਂ ਲੱਗੇਗਾ ਨਾ, ਤਾਂ ਉਸ ਸਮੇਂ ਨੂੰ ਆਪਾਂ ਕੀ ਬੋਲਾਂਗੇ? ਟਾਈਮ ਪੀਰੀਅਡ ਬੋਲਦੇ ਹੁੰਦੇ ਆ। ਓਕੇ, ਤਾਂ ਟਾਈਮ ਪੀਰੀਅਡ ਜਿਹੜਾ ਹੈਗਾ ਬੇਸਿਕਲੀ ਉਸਦਾ ਫਾਰਮੂਲਾ ਬਹੁਤ ਇੰਪੋਰਟੈਂਟ ਹੈਗਾ। ਟਾਈਮ ਪੀਰੀਅਡ ਆਫ ਸਿੰਪਲ ਪੈਂਡੂਲਮ ਇਜ਼ ਗਿਵਨ ਬਾਏ। ਤਾਂ ਟਾਈਮ ਪੀਰੀਅਡ ਸਿੰਪਲ ਫਾਰਮੂਲਾ ਬਹੁਤ ਵਾਰੀ ਆਸ ਕੀਤਾ ਹੋਇਆ, T ਇਜ਼ ਇਕੁਅਲ ਟੂ 2 ਪਾਈ ਰੂਟ ਦੇ ਵਿੱਚ L ਅਪੋਨ G। ਉਰੇ ਜਿਹੜਾ L ਹੈਗਾ ਲੈਂਥ ਆਫ ਦੀ ਸਟਰਿੰਗ ਹੁੰਦਾ, ਤੇ G ਹੈਗਾ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਓਕੇ, ਤਾਂ ਇਹਨਾਂ ਦੋ ਫੈਕਟਰਸ ਦੇ ਉੱਤੇ ਡਿਪੈਂਡ ਹੁੰਦਾ। ਮਤਲਬ ਜੇ L ਇੰਕਰੀਜ਼ ਹੋਊਗੀ ਤਾਂ ਟਾਈਮ ਪੀਰੀਅਡ ਵੀ ਇੰਕਰੀਜ਼ ਹੋਈ ਜਾਏਗਾ, ਜੇ L ਡਿਕਰੀਜ਼ ਹੋਊਗੀ ਤਾਂ ਟਾਈਮ ਪੀਰੀਅਡ ਵੀ ਡਿਕਰੀਜ਼ ਹੋਏਗਾ। ਜੀ ਦਾ ਇਫੈਕਟ ਕੀ ਹੈ? ਜੇ ਆਪਣਾ ਜੀ ਆਪਣਾ ਇੰਕਰੀਜ਼ ਹੋਊਗਾ ਤਾਂ ਟਾਈਮ ਪੀਰੀਅਡ ਡਿਕਰੀਜ਼ ਹੋ ਜਾਏਗਾ, ਤੇ ਜੀ ਜੇ ਡਿਕਰੀਜ਼ ਹੋਊਗਾ ਟਾਈਮ ਪੀਰੀਅਡ ਇੰਕਰੀਜ਼ ਹੋਊਗਾ। ਕਿਉਂਕਿ ਜਿਹੜੀ ਨੀਚੇ ਪਈ ਵੈਲਿਊ ਹੁੰਦੀ ਹੈ ਡਿਨੋਮੀਨੇਟਰ ਦੇ ਵਿੱਚ, ਜੇ ਉਹ ਇੰਕਰੀਜ਼ ਹੁੰਦੀ ਹੈ ਤਾਂ ਉੱਪਰ ਵਾਲੀ ਵੈਲਿਊ ਟਾਈਮ ਪੀਰੀਅਡ ਮਤਲਬ ਡਿਕਰੀਜ਼ ਹੋ ਜਾਂਦਾ ਹੁੰਦਾ ਹੈ। ਐਵਰੀਵਨ ਓਕੇ? ਤਾਂ ਨਾ ਇੱਕ ਫਾਰਮੂਲਾ ਅਸਲ ਦੇ ਵਿੱਚ ਅੱਗੇ ਆਪਾਂ ਯੂਜ਼ ਕਰਾਂਗੇ, T ਇਜ਼ ਇਕੁਅਲ ਟੂ 2 ਪਾਈ ਰੂਟ ਦੇ ਵਿੱਚ L ਅਪੋਨ G ਪਲੱਸ A। ਉਰੇ ਇਹ ਐਕਸਲਰੇਸ਼ਨ ਦਾ ਸਿੰਪਲ ਐਕਸਲਰੇਸ਼ਨ, ਤੇ ਜੀ ਆਪਣੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਮਤਲਬ ਏ ਦਾ ਐਕਸਲਰੇਸ਼ਨ ਦਾ ਵੀ ਇਫੈਕਟ ਹੈਗਾ। ਐਵਰੀਵਨ ਓਕੇ? ਤਾਂ ਇਸ ਦਾ ਇਫੈਕਟ ਵੀ ਹੁੰਦਾ। ਜੇ ਐਕਸਲਰੇਸ਼ਨ ਦੇ ਉੱਤੇ ਚੱਲ ਰਹੇ ਆ ਤਾਂ ਜਿਹੜਾ ਟਾਈਮ ਪੀਰੀਅਡ ਆ ਉਹ ਜੀ ਤੇ ਪਲੱਸ ਏ ਦੀ ਵੈਲਿਊ ਵੱਧ ਜਾਏਗੀ, ਤੇ ਟਾਈਮ ਪੀਰੀਅਡ ਕੀ ਹੋ ਜਾਏਗਾ? ਘਟ ਜਾਏਗਾ। ਐਵਰੀਵਨ ਓਕੇ? ਤਾਂ ਨੈਕਸਟ ਪੁਆਇੰਟ ਦੇਖੋ, the time period of simple pendulum is depends upon length and gravity only। ਤਾਂ ਯੂ ਨੋ ਵੈਰੀ ਵੈਲ, ਲੈਂਥ ਤੇ ਗ੍ਰੈਵਿਟੀ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੇ ਉੱਤੇ ਡਿਪੈਂਡ ਕਰ ਰਹੀ ਹੈ ਆਪਣਾ ਟਾਈਮ ਪੀਰੀਅਡ। ਕਈ ਵਾਰੀ ਐਗਜ਼ਾਮ 'ਚ ਕੁਐਸਚਨ ਆਸ ਕਰਦਾ ਵੀ ਟਾਈਮ ਪੀਰੀਅਡ ਕਿੰਨਾ ਫੈਕਟਰਸ ਦੇ ਉੱਤੇ ਡਿਪੈਂਡ ਕਰਦਾ। ਤਾਂ ਦੇਖੋ, ਇੱਕ ਲੈਂਥ ਆਫ ਦੀ ਸਟਰਿੰਗ ਉੱਤੇ ਡਿਪੈਂਡ ਕਰਦਾ, ਤੇ ਇੱਕ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੇ ਉੱਤੇ ਜੀ ਦੇ ਉੱਤੇ ਡਿਪੈਂਡ ਕਰ ਰਿਹਾ। ਓਕੇ, ਤਾਂ ਹੁਣ ਨਾ ਇਸ ਦੇ ਬੇਸ ਤੇ ਨਾ ਕੁਝ ਕੁਐਸਚਨ ਆਉਂਦੇ ਨੇ ਇਸ ਫਾਰਮੂਲਾ ਦੇ ਬੇਸ ਤੇ, ਧਿਆਨ ਦਿਓ। ਇਫ ਮੈਟੈਲਿਕ ਬੌਬ, ਜਿਹੜਾ ਮੈਟੈਲਿਕ ਬੌਬ ਹੈਗਾ ਇਨ ਪੈਂਡੂਲਮ ਰੀਪਲੇਸਡ ਬਾਏ ਵੁੱਡ ਬੌਬ, then time period remain।
ਤਾਂ ਦੇਖੋ ਬੇਟਾ ਇੱਕ ਜੇ ਤੁਸੀਂ ਦੇਖੋ ਇੱਕ ਸਮਝੋ ਆਹ ਵਾਲਾ ਇੱਕ ਮੈਟੈਲਿਕ ਬੌਬ ਹੈਗਾ, ਠੀਕ ਹੈ, ਇਹਨੂੰ ਆਪਾਂ ਰੀਪਲੇਸ ਕਰਕੇ ਜਗ੍ਹਾ ਤੇ ਵੁੱਡ ਬੌਬ ਰੱਖਤਾ ਆਪਾਂ ਨੇ, ਓਕੇ। ਤਾਂ ਟਾਈਮ ਪੀਰੀਅਡ ਤੇ ਕੀ ਇਫੈਕਟ ਪਏਗਾ ਬੇਟਾ, ਟਾਈਮ ਪੀਰੀਅਡ ਰਿਮੇਨ ਦਾ ਸੇਮ, ਟਾਈਮ ਪੀਰੀਅਡ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਫਰਕ ਨਹੀਂ ਪਊਗਾ, ਕਿਉਂਕਿ ਯੂ ਨੋ ਵੈਰੀ ਵੈਲ ਜਿਹੜਾ ਟਾਈਮ ਪੀਰੀਅਡ ਦਾ ਆਪਣੇ ਕੋਲ ਫਾਰਮੂਲਾ ਹੈਗਾ ਉਹ ਸਿਰਫ ਐਲ ਤੇ ਜੀ ਦੇ ਉੱਤੇ ਹੀ ਡਿਪੈਂਡ ਕਰਦਾ ਹੈ, ਮਟੀਰੀਅਲ ਦੇ ਉੱਤੇ ਉਹਦੇ weight ਦੇ ਉੱਤੇ ਡਿਪੈਂਡ ਨਹੀਂ ਕਰਦਾ। ਐਵਰੀਵਨ ਓਕੇ। ਤਾਂ ਦੈਟਸ ਵਾਈ ਮੈਟੈਲਿਕ ਬੌਬ ਹੋਵੇ ਚਾਹੇ ਵੁੱਡ ਦਾ ਬੌਬ ਹੋਵੇ, ਟਾਈਮ ਪੀਰੀਅਡ ਰਿਮੇਨ ਦਾ ਸੇਮ। ਐਵਰੀਵਨ ਓਕੇ। ਹੁਣ ਨੈਕਸਟ ਪੁਆਇੰਟ ਦੇਖੋ, in summer season the effective length of the pendulum clock is increased। ਤਾਂ ਯੂ ਨੋ ਵੈਰੀ ਵੈਲ ਜਿਹੜਾ ਮੈਟਲਸ ਹੁੰਦੀਆਂ ਨੇ, ਕਿਉਂਕਿ ਜਿਹੜਾ ਸਟਰਿੰਗ ਬਣੀ ਹੁੰਦੀ ਹੈ ਇੱਕ ਮੈਟਲ ਦੀ ਬਣੀ ਹੁੰਦੀ ਹੈ ਨਾ ਪੈਂਡੂਲਮ, ਤਾਂ ਸਮਰ ਸੀਜ਼ਨ ਦੇ ਵਿੱਚ ਜਿਹੜੀ ਉਹਦੀ ਇਫੈਕਟਿਵ ਲੈਂਥ ਹੈ ਉਹ ਇੰਕਰੀਜ਼ ਹੋ ਜਾਂਦੀ ਹੈ। ਤਾਂ ਦੇਖੋ ਆਪਾਂ ਨੂੰ ਪਤਾ ਹੈ ਵੀ ਜਿਹੜਾ ਟਾਈਮ ਪੀਰੀਅਡ ਹੈਗਾ ਉਹ 2 ਪਾਈ ਰੂਟ ਦੇ ਵਿੱਚ L/G ਹੈਗਾ। ਜੇ ਹੁਣ ਆਪਣੇ ਕੋਲ L ਇੰਕਰੀਜ਼ ਹੋ ਗਿਆ ਤਾਂ ਟਾਈਮ ਪੀਰੀਅਡ ਇੰਕਰੀਜ਼ ਹੋਊਗਾ, ਯੈਸ ਔਰ ਨੋ। ਤਾਂ ਟਾਈਮ ਪੀਰੀਅਡ ਆਪਣਾ ਕੀ ਹੋ ਜਾਊਗਾ, ਸੋ ਇਟਸ ਟਾਈਮ ਪੀਰੀਅਡ ਆਲਸੋ ਇੰਕਰੀਜ਼ਿਸ, ਠੀਕ ਹੈ। ਤਾਂ ਟਾਈਮ ਪੀਰੀਅਡ ਕੀ ਹੋ ਗਿਆ ਬੇਟਾ, ਇੰਕਰੀਜ਼ ਹੋ ਗਿਆ। ਹੁਣ ਜੇ ਟਾਈਮ ਪੀਰੀਅਡ ਇੰਕਰੀਜ਼ ਹੋ ਗਿਆ, ਇਸ ਦਾ ਮਤਲਬ ਕੀ ਹੈ, ਜਿੱਥੇ ਪਹਿਲਾਂ 1 ਸਕਿੰਟ, ਮਤਲਬ ਜੇ ਮੰਨ ਕੇ ਚਲੋ ਜਿਹੜਾ ਸਾਈਕਲ ਹੈ 1 ਸਕਿੰਟ ਵਿੱਚ ਪੂਰਾ ਹੋ ਰਿਹਾ ਸੀਗਾ, ਉਹ ਸਾਈਕਲ ਹੁਣ 1.5 ਸੈਕਿੰਡ ਵਿੱਚ ਕੰਪਲੀਟ ਹੋ ਗਿਆ, ਮਤਲਬ ਟਾਈਮ ਪੀਰੀਅਡ ਜ਼ਿਆਦਾ ਲੱਗ ਗਿਆ। ਹੁਣ ਟਾਈਮ ਪੀਰੀਅਡ ਜ਼ਿਆਦਾ ਲੱਗ ਗਿਆ, 1 ਸਕਿੰਟ ਦੇਖੋ ਹੁਣ 1.5 ਸਕਿੰਟ ਬਣ ਗਿਆ, ਤਾਂ ਆਪਣਾ ਕਲੋਕ ਕੀ ਚੱਲੇਗਾ ਹੁਣ, ਇਟ ਸਲੋ ਚੱਲੇਗਾ। ਤਾਂ ਇਹ ਵੀ ਕੁਐਸਚਨ ਆਉਂਦਾ ਵੀ ਸਮਰ ਸੀਜ਼ਨ ਦੇ ਵਿੱਚ ਕਲੋਕ ਕੀ ਚੱਲਦਾ, ਸਲੋ ਚੱਲਦਾ ਹੈ। ਐਸ ਫॉर ਸਮਰ, ਐਸ ਫॉर ਸਲੋ ਚੱਲਦਾ ਹੈ, ਓਕੇ। ਇਸ ਤਰੀਕੇ ਨਾਲ ਤੁਸੀਂ ਯਾਦ ਕਰ ਸਕਦੇ ਹੋ। ਜੇ ਸਲੋ ਚੱਲੂਗਾ ਕਲੋਕ ਤਾਂ ਇਟ ਵਿਲ ਲੋਸਟ ਟਾਈਮ, ਤਾਂ ਕਲੋਕ ਲੋਸਟ ਕਰ ਜਾਏਗਾ ਟਾਈਮ ਆਪਣੀ ਇੱਕ ਐਵਰੇਜ ਸਪੀਡ ਨਾਲੋਂ। ਜੇ ਕਲੋਕ ਹੁਣ ਸਲੋ ਚੱਲੂਗਾ ਤਾਂ ਟਾਈਮ ਕੀ ਕਰੇਗਾ, ਲੋਸਟ ਕਰੇਗਾ ਨਾ ਡੀਅਰ ਉਹ। ਤਾਂ ਇਸ ਕਰਕੇ ਪੁਆਇੰਟ ਨੂੰ ਕੱਲੇ ਪੁਆਇੰਟ ਨੂੰ ਬੜੇ ਧਿਆਨ ਨਾਲ ਸੋਚੋ ਵੀ ਮੈਂ ਕੀ ਵਰਡਸ ਦਿੱਤੇ ਨੇ, ਦੁਬਾਰ ਤੋਂ ਧਿਆਨ ਨਾਲ ਇਹਨੂੰ ਸੁਣਨ ਦੀ ਕੋਸ਼ਿਸ਼ ਕਰੋ ਬੇਟਾ। ਤਾਂ ਜੇਕਰ ਤੁਹਾਨੂੰ ਵੀਡੀਓਜ਼ ਬਹੁਤ ਜ਼ਿਆਦਾ ਪਸੰਦ ਆ ਰਹੀਆਂ ਨੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬੇਟਾ। ਇਸ ਦੇ ਨਾਲ ਮੈਨੂੰ ਵੀ ਮੋਟੀਵੇਸ਼ਨ ਮਿਲੂਗਾ ਵੀ ਹਾਂ ਮੇਰੀਆਂ ਵੀਡੀਓਜ਼ ਵੀ ਵੱਧ ਤੋਂ ਵੱਧ ਬੱਚੇ ਸੁਣ ਰਹੇ ਨੇ, ਕਿਉਂਕਿ ਤੁਹਾਨੂੰ ਐਕਸਲੈਂਟ ਤੋਂ ਐਕਸਲੈਂਟ ਹੈਂਡ ਰਿਟਨ ਨੋਟਸ ਪ੍ਰੋਵਾਈਡ ਕਰ ਰਹੇ ਹਾਂ ਬੇਟਾ। ਚੈਲੰਜ ਹੈ ਮੇਰਾ ਵੀ ਇਸ ਤੋਂ ਬੈਸਟ ਨੋਟਸ ਤੁਹਾਨੂੰ ਕਿਤੇ ਵੀ ਪ੍ਰੋਵਾਈਡ ਨਹੀਂ ਹੋ ਸਕਦੇ। ਤਾਂ ਪਲੀਜ਼ ਬੇਟਾ ਤਾਂ ਆਪਣੇ ਫਰੈਂਡਸ ਵਿੱਚ ਸ਼ੇਅਰ ਕਰੋ ਵੀਡੀਓਜ਼ ਨੂੰ ਜ਼ਰੂਰ, ਵੀ ਤਾਂ ਜੋ ਬੱਚਿਆਂ ਨੂੰ ਇੱਕ ਅੱਛਾ ਡਾਟਾ ਮਿਲ ਸਕੇ, ਓਕੇ। ਤਾਂ ਵਿੰਟਰ ਸੀਜ਼ਨ ਦੀ ਆਪਾਂ ਗੱਲ ਕਰਦੇ ਹਾਂ, ਤਾਂ ਇਨ ਵਿੰਟਰ ਸੀਜ਼ਨ ਦੀ ਇਫੈਕਟਿਵ ਲੈਂਥ ਆਫ ਪੈਂਡੂਲਮ ਕਲੌਕ ਇਜ਼ ਡਿਕਰੀਜ਼। ਤਾਂ ਵਿੰਟਰ ਸੀਜ਼ਨ ਦੇ ਵਿੱਚ ਕੀ ਹੁੰਦਾ ਬੇਟਾ, ਜਿਹੜੀ ਮੈਟੈਲਿਕ ਮੈਟਲ ਹੁੰਦੀ ਆ ਉਹ ਕੰਟਰੈਕਟ ਕਰ ਜਾਂਦੇ ਆ, ਤਾਂ ਕੰਟਰੈਕਟ ਹੋਣ ਕਰਕੇ ਉਹਦੀ ਜਿਹੜੀ ਲੈਂਥ ਹੈਗੀ ਹੈ ਉਹ ਕੀ ਹੋ ਜੂਗੀ, ਡਿਕਰੀਜ਼ ਹੋ ਜੂਗੀ। ਤਾਂ ਆਪਾਂ ਨੂੰ ਪਤਾ ਜਿਹੜਾ ਟਾਈਮ ਪੀਰੀਅਡ ਸੀਗਾ ਪ੍ਰੋਪੋਰਸ਼ਨਲ ਹੈ ਲੈਂਥ ਦੇ, ਲੈਂਥ ਡਿਕਰੀਜ਼ ਹੋ ਗਈ ਤਾਂ ਟਾਈਮ ਪੀਰੀਅਡ ਵੀ ਕੀ ਹੋ ਜੂਗਾ, ਡਿਕਰੀਜ਼ ਹੋ ਜੂਗਾ। ਤਾਂ ਮਤਲਬ ਜਿਹੜਾ 1 ਸਕਿੰਟ ਦਾ ਸਾਈਕਲ ਸੀਗਾ ਉਹ 0.5 ਸੈਕਿੰਡਸ ਦਾ ਰਹਿ ਜੂਗਾ, ਮਤਲਬ ਉਹ ਕਲੋਕ ਹੋਰ ਵੀ ਜ਼ਿਆਦਾ ਟਾਈਮ ਪੀਰੀਅਡ ਡਿਕਰੀਜ਼ਿਸ ਦੈਨ ਕਲੋਕ ਬਿਕਮਸ ਫਾਸਟ, ਕਲੋਕ ਹੋਰ ਵੀ ਤੇਜ਼ ਹੋ ਜੂਗਾ। ਤਾਂ ਇਹ ਕਲੋਕ ਤੇਜ਼ ਹੋ ਗਿਆ ਤਾਂ ਇਟ ਵਿਲ ਗੇਨ ਟਾਈਮ, ਤਾਂ ਇਹ ਟਾਈਮ ਜ਼ਿਆਦਾ ਗੇਨ, ਮਤਲਬ ਜੇ 5 ਮਿੰਟ ਹੋਣੇ ਹੋਏ ਐਵਰੇਜ ਤਾਂ ਉਹ 7.5 ਮਿੰਟ ਕਰ ਦੂਗਾ, 8 ਮਿੰਟ ਕਰ ਦੂਗਾ, ਕੁਝ ਵੀ ਕਰੇਗਾ ਹੈ ਨਾ। ਤਾਂ ਮਤਲਬ ਕਲੋਕ ਫਾਸਟ ਹੋ ਜਾਏਗਾ। ਐਵਰੀਵਨ ਓਕੇ। ਸਾਰੇ ਕੁਐਸਚਨ ਪ੍ਰੀਵੀਅਸ ਈਅਰ ਐਗਜ਼ਾਮ ਦੇ ਵਿੱਚ ਆਏ ਹੋਏ ਕੁਐਸਚਨ ਨੇ, ਜਦੋਂ ਆਪਾਂ MCQ ਕਰਾਂਗੇ ਨਾ ਉਹਦੇ ਵਿੱਚ ਆਪਾਂ ਦੁਬਾਰਾ ਤੋਂ ਇਹ ਗੱਲਾਂ ਡਿਸਕਸ ਕਰਾਂਗੇ, ਕਿਉਂਕਿ ਬੇਟਾ ਥਿਊਰੀ ਪੁਆਇੰਟ ਜੇ ਇੱਕ ਵਾਰੀ ਡਿਸਕਸ ਕੀਤਾ ਹੋਵੇ ਨਾ ਤਾਂ MCQ ਕਰਨੇ ਬਹੁਤ ਆਸਾਨ ਰਹਿੰਦੇ ਨੇ। ਐਵਰੀਵਨ ਓਕੇ। ਤਾਂ ਧਿਆਨ ਨਾਲ ਥਿਊਰੀ ਪੁਆਇੰਟ ਲਿਖੋ ਬੇਟਾ, ਨੋਟਸ ਬਣਾਓ, ਬਿਨਾਂ ਨੋਟਸ ਤੋਂ ਕੋਈ ਤੁਹਾਨੂੰ ਬੈਨੀਫਿਟ ਨਹੀਂ ਮਿਲਣਾ। ਐਵਰੀਵਨ ਓਕੇ। ਨੈਕਸਟ ਦੇਖੋ, when the pendulum is taken to the moon the value of G will decrease। ਹੁਣ ਦੇਖੋ ਪੈਂਡੂਲਮ ਨੂੰ ਆਪਾਂ ਕਿੱਥੇ ਲੈ ਗਏ, ਮੂਨ ਦੇ ਉੱਤੇ ਲੈ ਗਏ। ਤਾਂ ਬੇਟਾ ਜੇ ਤੁਹਾਨੇ ਥੋੜਾ ਮੋਟਾ ਪੜਿਆ ਹੋਇਆ ਹੈ ਤਾਂ ਜਿਹੜੀ ਅਰਥ ਦੇ ਉੱਤੇ ਵੈਲਿਊ ਹੈ ਨਾ G ਦੀ, ਉਹ 9.8 ਮੀਟਰ ਪਰ ਸੈਕਿੰਡ ਸਕੁਅਰ ਹੁੰਦੀ ਹੈ ਨਾ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ G ਦੀ ਵੈਲਿਊ 9.8 ਮੀਟਰ ਪਰ ਸੈਕਿੰਡ ਸਕੁਅਰ ਹੁੰਦੀ ਹੈ। ਤੇ ਇਹੀ ਜੇ ਆਪਾਂ ਗੱਲ ਕਰੀਏ, ਜੇ ਆਪਾਂ ਮੂਨ ਦੇ ਉੱਤੇ ਜਾਈਏ ਤਾਂ ਇਹ ਵਾਲੀ G ਦੀ ਵੈਲਿਊ ਕੀ ਹੋ ਜਾਂਦੀ ਹੈ, 1/6 ਹੁੰਦਾ, 1/6ਵਾਂ ਹਿੱਸਾ ਹੋ ਜਾਂਦੀ ਹੈ ਜਿਹੜੀ ਅਰਥ ਉੱਤੇ G ਦੀ ਵੈਲਿਊ ਹੈ ਨਾ। ਅਰਥ ਉੱਤੇ G ਦੀ ਜਿਹੜੀ ਵੈਲਿਊ ਹੈ, ਮੂਨ ਦੀ ਵੈਲਿਊ ਉਹਦੇ 1/6ਵਾਂ ਹਿੱਸਾ, ਮਤਲਬ ਘਟ ਗਈ। ਜੇ ਹੁਣ G ਦੀ ਵੈਲਿਊ ਘਟੇਗੀ, ਹੁਣ ਆਪਾਂ ਨੂੰ ਰਿਲੇਸ਼ਨ ਪਤਾ ਹੈ ਵੀ ਜਿਹੜਾ ਆਪਣਾ ਕੋਲ ਟਾਈਮ ਪੀਰੀਅਡ ਹੈ ਬੇਸਿਕਲੀ ਉਹ L/G ਹੈਗਾ
है ना। ਤਾਂ ਜੀ ਹੁੰਦਾ ਬੇਸਿਕਲੀ ਜੇ ਜੀ ਆਪਣਾ ਡਿਕਰੀਜ਼ ਹੋ ਗਿਆ ਤਾਂ ਟਾਈਮ ਪੀਰੀਅਡ ਕੀ ਹੋ ਜਾਊਗਾ, ਇੰਕਰੀਜ਼ ਹੋ ਜਾਊਗਾ। ਇੰਨੀ ਗੱਲ ਧਿਆਨ ਨਾਲ ਸਮਝੋ ਬੇਟਾ एवरीवन ओके। नीचे ਉੱਪਰ ਵਾਲੀ ਵੈਲਿਊ ਜੇ ਇੰਕਰੀਜ਼ ਹੁੰਦੀ ਹੈ ਤਾਂ ਸੇਮ ਹੁੰਦਾ ਰਹਿੰਦਾ ਨਾ, ਇੰਕਰੀਜ਼ ਡਿਕਰੀਜ਼। ਬਟ ਜੇ ਨੀਚੇ ਵਾਲੀ ਵੈਲਿਊ ਇੰਕਰੀਜ਼ ਹੁੰਦੀ ਹੈ ਤਾਂ ਉੱਪਰ ਵਾਲੀ ਵੈਲਿਊ ਟਾਈਮ ਪੀਰੀਅਡ ਆਪਣਾ ਡਿਕਰੀਜ਼ ਹੋ ਜਾਊਗਾ। ਜੇ ਜੀ ਡਿਕਰੀਜ਼ ਹੁੰਦੀ ਹੈ टाइम पीरियड अपना इंक्रीज हो जाएगा। ओके जे टाइम पीरियड अपना इंक्रीज हो गया एंड क्लॉक बिकम स्लो, में सेम वे ना क्लॉक स्लो हो जाएगा तो अपना टाइम की कर जाएगा, लैग कर जाएगा, टाइम लोस्ट हो जाएगा। एवरीवन ओके। तो हुण आपां गल करते हैं नैक्सट दी, इफ पेंडुलम इज प्लेसड इन अ लिफ्ट, जे आप पेंडुलम नू लिफ्ट विच लैके चले जाइए, ठीक है, तो एंड गोइंग अपवर्ड्स, आप उपर वाले जा रहे हैं, ठीक है बेटा, दैन वैल्यू ऑफ एक्सलरेशन ਜਿਹੜਾ ਇੱਕ ਨਾ ਐਕਸਲਰੇਸ਼ਨ, ਕਿਉਂਕਿ ਉੱਪਰ ਜਾ ਰਿਹਾ ਕਿਸੇ ਸਪੀਡ ਤੇ ਜਾ ਰਿਹਾ ਨਾ, ਤਾਂ ਦੈਟਸ ਵਾਈ ਐਕਸਲਰੇਸ਼ਨ ਦੀ ਵੈਲਿਊ ਵੀ ਹੋਏਗੀ। ਤਾਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਜਿਹੜਾ ਆਪਣੇ ਕੋਲ ਟਾਈਮ ਪੀਰੀਅਡ ਹੁੰਦਾ ਉਹ ਪ੍ਰਪੋਰਸ਼ਨਲ ਆਪਣੇ ਕੋਲ L/G + A ਹੈ ਨਾ, ਥੋੜਾ ਮੋਟਾ A ਦਾ ਵੀ ਇਫੈਕਟ ਹੁੰਦਾ। ਤਾਂ A ਹੁਣ ਪਲੱਸ ਹੋ ਜਾਏਗਾ ਕਿਉਂਕਿ ਉੱਪਰ ਨੂੰ ਜਾ ਰਿਹਾ, ਤਾਂ G ਦੀ ਨੀਚੇ ਵਾਲੀ ਵੈਲਿਊ ਕੀ ਹੋ ਜੂਗੀ, ਇੰਕਰੀਜ਼ ਹੋ ਜੂਗੀ। ਜੇ ਨੀਚੇ ਵਾਲੀ ਵੈਲਿਊ ਇੰਕਰੀਜ਼ ਹੋ ਗਈ ਟਾਈਮ ਪੀਰੀਅਡ ਕੀ ਹੋ ਜਾਏਗਾ, ਡਿਕਰੀਜ਼ ਹੋ ਜਾਏਗਾ। ਤਾਂ देयरफॉर इंक्रीजेज दी ओवरऑल वैल्यू ऑफ डिनोमीनेटर, डिनोमीनेटर मतलब जी नीचे अपने को G + A पे है, डिनोमीनेटर बोल दें आप नीचे पई वैल्यू नू, तो हैंस टाइम पीरियड डिक्रीजेज, तो नीचे जो डिनोमीनेटर तो इंक्रीज हो गया तो टाइम पीरियड अपना की हो जाएगा, डिक्रीज हो जाएगा। सो क्लॉक बिकम फास्ट, क्लॉक इस तरीके ना फास्ट हो जाता है तो इट विल गेन टाइम, तो मतलब टाइम गेन हो जाता, फास्ट है तो गेन करूँगा, जे स्लो होंगे तो लैग करूँगा बेटा। तो हर एक पॉइंट नू ध्यान नाल सुनो ओके, तो हर एक का प्रॉपर कंसैप्ट हैगा। बार बार वीडियो नू देखो, जे तुहानू लगदा भी कोई कंसैप्ट तुहानू ध्यान नाल नहीं सुनिया गया तो बार बार रिपीट ते देखने की कोशिश करो बेटा। एवरीवन ओके। तो नैक्सट आप देखते हैं हुण प्रॉपर वे ना आप साउंड के उत्ते, ठीक है। तो साउंड की गल करिए बेटा, साउंड की है बेसिकली, साउंड इज़ अ फॉर्म ऑफ एनर्जी। तो साउंड एक तरह की एनर्जी है बेटा, विच प्रोड्यूसिज अ सेंसेशन ऑफ हीयरिंग इन अवर ईयरस। तो थोनू पता अपने ईयरस दे विच जो भी आप सुनते हैं वो एक साउंड की वजह नाल सुनते हैं, तो अपने कन्ना दे विच सेंसेशन प्रोड्यूस कर देंदी है हीयरिंग दी, दैट्स वाई आप सुन सकते हैं। तो ये हुंदी अपने कोल साउंड। तो साउंड एक टाइप की एनर्जी है, इन्नी गल ध्यान रखियो। साउंड वेव इज़ अ लॉन्गीट्यूडनल वेव, आपने चैप्टर की स्टार्टिंग दे विच ट्रांसवर्स वेव्स ते लॉन्गीट्यूडनल वेव्स आपने कीतियां सी। मैं तुहानू दो मेन वेव्स दे डिफरेंस कहा सीगा, लाइट टी तो ट्रांसवर्स कर दिओ, लाइट ट्रांसवर्स वेव्स होंदे ने, ते साउंड अपनी लॉन्गीट्यूडनल वेव्स होंदियां ने। बहुत इंपॉर्टेंट हुंदा बेटा, मैं तां ही गल कोई ना कोई रिपीट कर रहा, तो हर एक गल नूं ध्यान नाल सुनिया करो, कापी ते नोट डाउन करो, ते जे तुहानू वीडियो नूं पसंद है तो वीडियो नूं लाइक भी करा करो, ते कमेंट सैक्शन दे विच कमेंट भी ऐड करा करो बेटा भी हाँ एक अच्छा डाटा तुहानू प्रोवाइड मिल रहा है बेटा। इहदे नाल मेरी मोटिवेशन इंक्रीज रहिंदी है, मैं भी तुहाडे लई वीडियो बना रहा बेटा इस लॉकडाउन पीरियड दे विच। तां तुसीं भी अपना पढ़िया करो बेटा, स्टडी करो, जेड़े इस लॉकडाउन पीरियड दे विच अच्छी स्टडी करूगा ना बेटा, आने वाले टाइम दे विच ओही स्टूडेंट जिहड़ा हैगा गौरमेंट जॉब लैके हटेगा, पक्की क्लीयर गल है बेटा, गौरमेंट जॉब उस बच्चे नूं मिलेगी ही मिलेगी। नैक्सट देखो, साउंड वेव इज़ अ मकैनिकल वेव, आप पहला डिस्कस कर चुके हैं सारा कुछ भी। साउंड वेव अपनी एक मकैनिकल वेव हैगी है, देयरफॉर इट रिक्वायर मीडियम फॉर प्रोपोगेशन, क्योंकि बिना मीडियम तो साउंड वेव ट्रैवल नहीं हो सकती, तो मीडियम चाहिए इनू प्रोपोगेशन होने दे लई, दैट्स वाई ये की है मकैनिकल वेव हैगी है ओके। साउंड सिग्नल कैन नॉट परफॉर्म पोलराइजेशन फिनोमिना, जिवें बेटा लाइट अपने देखा सी रिफ्लैक्शन होंदा, रिफ्रैक्शन होंदा, इंटरफेरेंस सारा कुछ साउंड विच होंदा, बट साउंड दे विच सिर्फ एक फिनोमिना अकर नहीं करता, पोलराइजेशन। इसी फिनोमिना करके अपने पहला भी डिस्कस किया सीगा भी लाइट वेव्स जिहड़े ने ट्रांसवर्स वेव्स ने, ते साउंड वेव अपने लॉन्गीट्यूडनल वेव्स ने, क्योंकि पोलराइजेशन फिनोमिना साउंड वेव दे विच हैपन नहीं हुंदा हैगा ओके। नैक्सट, साउंड वेव कैन नॉट ट्रैवल थ्रू, साउंड वेव कैन नॉट ट्रैवल थ्रू रे वैक्यूम आएगा डियर, वैक्यूम। तो साउंड वेव वैक्यूम दे थ्रू वैक्यूम, तो साउंड वेव जिहड़ा हैगा वैक्यूम दे थ्रू ट्रैवल नहीं कर सकता। एवरीवन ओके। तो नैक्सट देखते आपां, इन दी मून,
ਜੇ ਆਪਾਂ ਚੰਦਰਮਾ ਉੱਤੇ ਜਾਈਏ देयर इज अ वैक्यूम ਤਾਂ ਉੱਥੇ ਵੈਕਿਊਮ ਹੁੰਦਾ। ਵੈਕਿਊਮ ਬਿਲਕੁਲ ਐਮਪਟੀ ਪਲੇਸ ਹੁੰਦਾ ਜਿੱਥੇ ਕੋਈ ਵੀ ਹਵਾ ਨਹੀਂ, ਕੋਈ ਗੈਸ ਨਹੀਂ ਹੈਗੀ। देयरफॉर देयर इज नो एयर ਤਾਂ ਉੱਥੇ ਕੋਈ ਵੀ 에ਅਰ ਨਹੀਂ ਹੈਗੀ। दैट्स वाई साउंड कैन नॉट प्रोपोगेट ਤਾਂ ਮੂਨ ਦੇ ਉੱਤੇ ਸਾਊਂਡ ਪ੍ਰੋਪੋਗੇਟ ਨਹੀਂ ਕਰਦੀ ਹੈਗੀ ਕਿਉਂਕਿ ਉੱਥੇ ਹਵਾ ਹੀ ਨਹੀਂ ਹੈਗੀ। ਤਾਂ ਮਤਲਬ ਜੇ ਤੁਸੀਂ ਆਪਣੀ ਆਪਾਂ ਕਹਿੰਦੇ ਕਈ ਵਾਰ ਕਹਿੰਦੇ ਹਵਾ ਨਹੀਂ ਹੈਗੀ ਕਿਤੇ ਵੀ, ਹਵਾ ਤਾਂ ਬੇਟਾ ਹਰ ਸਮੇਂ ਅਵੇਲੇਬਲ ਹੈ ਕਿਉਂਕਿ ਜੇ ਆਪਣੀ ਸਾਊਂਡ ਕੋਈ ਆਵਾਜ਼ ਆਪਣੀ ਦੂਜਾ ਕੋਈ ਪਰਸਨ ਸੁਣ ਰਿਹਾ ਤਾਂ ਮਤਲਬ ਉੱਥੇ ਹਵਾ ਅਵੇਲੇਬਲ ਹੈਗੀ ਹੈ ਕਿਉਂਕਿ ਬਿਨਾਂ ਹਵਾ ਤੋਂ ਆਪਾਂ ਸਾਊਂਡ ਨੂੰ ਟਰੈਵਲ ਹੀ ਨਹੀਂ ਕਰ ਸਕਦੇ ਹੈਗੇ। एवरीवन ओके ਤਾਂ ਦਸ ਐਸਟਰੋਨੌਟਸ ਕੈਨ ਨੋਟ ਹੀਅਰ ਟੂ ਈਚ ਅਦਰ ਮਤਲਬ ਜੇ ਉੱਥੇ ਮੂਨ ਦੇ ਉੱਤੇ ਐਸਟਰੋਨੌਟ ਗਏ ਹੋਏ ਨੇ ਤਾਂ ਉੱਥੇ ਸਾਊਂਡ ਜੇ ਆਪਸ ਵਿੱਚ ਗੱਲਬਾਤ ਕਰਨ ਤਾਂ ਉਹਨਾਂ ਨੂੰ ਸੁਣਾਈ ਹੀ ਨਹੀਂ ਦੇਗਾ ਕਿਉਂਕਿ ਉੱਥੇ ਆਪਣਾ ਹਵਾ ਨਹੀਂ ਹੈਗੀ ਤੇ ਉੱਥੇ ਕੋਈ ਮੀਡੀਅਮ ਨਾ ਹੋਣ ਕਰਕੇ ਸਾਊਂਡ ਵੇਵ ਟਰੈਵਲ ਨਹੀਂ ਹੁੰਦੀ। ਓਕੇ ਨੈਕਸਟ the sound wave which are in the frequency range of 20 hertz to 20,000 hertz ਜੇ ਆਪਾਂ ਇੱਕ ਰੇਂਜ ਦੀ ਗੱਲ ਕਰੀਏ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ 20 ਕਿਲੋ ਹਰਟਜ਼ ਵੀ ਕਈ ਵਾਰ ਆਪਸ਼ਨ ਚ ਹੁੰਦਾ ਹੈ 20 ਕਿਲੋ ਤਾਂ ਕਿਲੋ ਦਾ ਮਤਲਬ ਤੁਹਾਨੂੰ ਪਤਾ ਹੈ 1000 ਹੁੰਦਾ ਤਾਂ 20,000 ਹਰਟਜ਼ ਹੋ ਜਾਏਗਾ। ਤਾਂ ਇਸ ਰੇਂਜ ਨੂੰ ਆਪਾਂ ਆਡੀਬਲ ਸਾਊਂਡ ਵੇਵਸ ਕਹਿ ਦਿੰਦੇ ਆ, ਆਡੀਬਲ ਰੇਂਜ ਕਹਿ ਦਿੰਦੇ ਆ 20 to 20,000 ਹਰਟਜ਼। ਇਹ ਤੁਹਾਨੂੰ ਛੋਟੇ ਹੁੰਦੇ ਵੀ ਬਹੁਤ ਵਾਰ ਸੁਣਿਆ ਹੋਊਗਾ ਹੈ ਨਾ, ਆਪਣੇ ਜਿਹੜੇ ਈਅਰ ਨੇ ਬੇਟਾ ਇਸੀ ਰੇਂਜ ਦੇ ਵਿਦਿਨ ਸੁਣ ਸਕਦੇ ਨੇ ਸਾਰੀ ਆਵਾਜ਼ 20 ਹਰਟਜ਼ ਤੋਂ ਲੈ ਕੇ 20 ਕਿਲੋ ਹਰਟਜ਼ ਤੱਕ ਦੀ ਗੱਲ ਕਰੀਏ ਆਪਾਂ। ਓਕੇ ਉਸ ਤੋਂ ਬਾਅਦ ਸਾਊਂਡ ਵੇਵ ਜਿਹੜੇ ਹੈਗੇ ਨੇ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਨਫਰਾਸੋਨਿਕ ਵੇਵਸ ਦੀ। ਜੇ ਆਪਾਂ ਇਨਫਰਾਸੋਨਿਕ ਵੇਵਸ ਦੀ ਗੱਲ ਕਰੀਏ ਇਫ ਸਾਊਂਡ ਸਿਗਨਲ ਹੈਵਿੰਗ ਫ੍ਰੀਕੁਐਂਸੀ ਲੈਸ ਦੈਨ 20 ਹਰਟਜ਼ ਦੇ ਸਾਊਂਡ ਵੇਵਸ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ 20 ਹਰਟਜ਼ ਤੋਂ ਘੱਟ ਜੇ। ਦੇਖੋ ਆਡੀਬਲ ਜਿਹੜੀ ਫ੍ਰੀਕੁਐਂਸੀ ਰੇਂਜ ਆ ਉਹ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਹੈ। ਜੇ 20 ਹਰਟਜ਼ ਤੋਂ ਵੈਲਿਊ ਘਟ ਗਈ ਤਾਂ ਉਹਨੂੰ ਇਨਫਰਾਸੋਨਿਕ ਵੇਵਸ ਆਪਾਂ ਕਹਿੰਦੇ ਆ। ਦੈਨ ਦੇ ਆਰ ਕਾਲਡ ਐਜ਼ ਇਨਫਰਾਸੋਨਿਕ ਸਾਊਂਡ ਵੇਵਸ ਕਹਿੰਦੇ ਆ ਉਹਨਾਂ ਨੂੰ। ਠੀਕ ਹੈ ਤਾਂ ਹਿਊਮਨ ਬੀਇੰਗ ਹੈ ਜਿਹੜਾ ਕੈਨ ਨੋਟ ਹੀਅਰ ਇਨਫਰਾਸੋਨਿਕ ਸਾਊਂਡ। ਤਾਂ ਜਿਹੜਾ ਆਪਣਾ ਹਿਊਮਨ ਈਅਰ ਹੈ ਬੇਟਾ ਆਪਾਂ ਇਹਨਾਂ ਵੌਇਸਿਸ ਨੂੰ ਸੁਣ ਨਹੀਂ ਸਕਦੇ। ਇਨਫਰਾਸੋਨਿਕ ਸਾਊਂਡ ਨੂੰ ਆਪਾਂ ਸੁਣ ਨਹੀਂ ਸਕਦੇ ਕਿਉਂਕਿ ਜਿਹੜਾ ਆਪਣਾ ਈਅਰ ਹੈ ਉਹ ਸਿਰਫ ਔਰ ਸਿਰਫ 20 ਹਰਟਜ਼ ਤੋਂ ਲੈ ਕੇ 20 ਕਿਲੋ ਹਰਟਜ਼ ਤੱਕ ਹੀ ਵੋਲਿਊਮ ਨੂੰ ਸੁਣ ਸਕਦਾ ਹੈਗਾ ਤੇ 20 ਹਰਟਜ਼ ਤੋਂ ਨੀਚੇ ਵਾਲੀ ਵੈਲਿਊ ਨੂੰ ਇਨਫਰਾ ਤਾਂ ਇਨਸਾਈਡ ਹੈ 20 ਤੋਂ ਨੀਚੇ ਹੈ ਇਨਸਾਈਡ ਮੰਗੂ ਗੱਲ ਕਰੋ ਇਨਫਰਾਸੋਨਿਕ ਵੇਵ ਬੋਲਦਾ 20 ਹਰਟਜ਼ ਤੋਂ ਜਿਹੜੀ ਨੀਚੇ ਪਈ ਹੈ ਵੈਲਿਊ। ਓਕੇ ਤਾਂ ਇਨਫਰਾਸੋਨਿਕ ਜਿਹੜਾ ਇਹਦੇ ਐਗਜ਼ਾਮਪਲ ਆ ਕਿਹੜੇ ਕਿਹੜੇ ਤੁਸੀਂ ਕਹਿ ਸਕਦੇ ਇਨਫਰਾਸੋਨਿਕ ਸਾਊਂਡਸ ਦੀਆਂ। ਅਰਥਕੁਏਕ ਜਿਹੜਾ ਅਰਥਕੁਏਕ ਆਉਂਦੇ ਨੇ ਬੇਟਾ ਤੁਸੀਂ ਕਦੇ ਸੁਣੋਗੇ ਜਿਹੜੀ ਨੀਚੋਂ ਦੀ ਅਰਥ ਵੇਵਸ ਨਾ ਸਾਊਂਡ ਪ੍ਰੋਡਿਊਸ ਹੋ ਰਹੀਆਂ ਨੇ। ਦੇਖੋ ਆਪਾਂ ਨੂੰ ਆਮ ਹਿਊਮਨ ਬੀਇੰਗ ਨੂੰ ਆਪਾਂ ਨੂੰ ਸੁਣਦਾ ਨਹੀਂ ਹੈਗਾ ਤਾਂ ਇਹ ਡੌਗਸ ਵਗੈਰਾ ਨੂੰ ਸੁਣ ਜਾਂਦਾ ਹੁੰਦਾ ਤਾਂ ਜਿਹੜਾ ਨੀਚੇ ਕੁਝ ਵੀ ਧਰਤੀ ਵਿੱਚ ਹੋ ਰਿਹਾ ਹੈ ਉਹ ਇਨਫਰਾਸੋਨਿਕ ਹੁੰਦੀਆਂ ਨੇ ਵੇਵਸ ਸਾਊਂਡ ਵੇਵ ਦੈਟਸ ਆਪਾਂ ਨੂੰ ਕੋਈ ਨਹੀਂ ਸੁਣਦਾ ਹੈਗਾ। ਓਸ਼ੀਅਨ ਵੇਵ ਜਿਹੜੇ ਹੁੰਦੇ ਨੇ ਓਸ਼ੀਅਨ ਦੇ ਲਹਿਰਾਂ ਦੀ ਥੋੜੀ ਮੋਟੀ ਆਵਾਜ਼ ਹੁੰਦੀ ਆ ਉਹ ਵੀ ਕੀ ਹੁੰਦੀ ਹੈ ਇੱਕ ਆਪਣੀ ਇਨਫਰਾਸੋਨਿਕ ਹੁੰਦੀ ਹੈ। ਐਲੀਫੈਂਟ ਜਦੋਂ ਐਲੀਫੈਂਟਸ ਕੁਝ ਵੀ ਐਲੀਫੈਂਟਸ ਵੀ ਸਾਊਂਡ ਪ੍ਰੋਡਿਊਸ ਕਰਦੇ ਨੇ ਇਨਫਰਾਸੋਨਿਕ। ਬਲੂ ਵੇਲ ਜਿਹੜੀ ਹੁੰਦੀ ਆ ਆਪਣੇ ਕੋਲ ਉਹ ਵੀ ਇਨਫਰਾਸੋਨਿਕ ਵੇਵਸ ਨੂੰ ਪ੍ਰੋਡਿਊਸ ਕਰ ਸਕਦੀ ਹੈ ਬੇਟਾ। ਇੱਕ ਹੁੰਦੀਆਂ ਨੇ ਆਪਣੇ ਕੋਲ ਬੇਟਾ ਅਲਟਰਾਸੋਨਿਕ ਸਾਊਂਡ। ਤਾਂ ਅਲਟਰਾਸੋਨਿਕ ਸਾਊਂਡ ਦੀ ਗੱਲ ਕਰੀਏ ਆਪਾਂ ਸਾਊਂਡ ਸਿਗਨਲ ਹੈਵਿੰਗ ਫ੍ਰੀਕੁਐਂਸੀ ਮੋਰ ਦੈਨ 20,000 ਹਰਟਜ਼ ਤਾਂ ਜੇ 20,000 ਤੋਂ ਵੱਧ ਹਰਟਜ਼ ਦੀ ਫ੍ਰੀਕੁਐਂਸੀ ਦਾ ਸਿਗਨਲ ਹੋਏਗਾ ਤਾਂ ਉਸ ਨੂੰ ਆਪਾਂ ਅਲਟਰਾਸੋਨਿਕ ਸਾਊਂਡ ਸਿਗਨਲ ਕਹਿੰਦੇ ਹੁੰਦੇ ਆ। ਦੇਖੋ 20 ਦੇਖੋ ਰੇਂਜ ਕੀ ਆਡੀਬਲ ਦੀ 20 ਤੋਂ 20 ਕਿਲੋ ਹਰਟਜ਼ ਦੀ। ਜੇ ਇਸ ਤੋਂ ਘੱਟ ਹੈਗੀ ਹੈ ਤਾਂ ਇਨਫਰਾਸੋਨਿਕ ਆਪਾਂ ਬੋਲਦੇ ਆ ਹਨਾ। ਜੇ 20 ਕਿਲੋ ਹਰਟਜ਼ ਤੋਂ ਜ਼ਿਆਦਾ ਤਾਂ ਅਲਟਰਾ ਮਤਲਬ ਜ਼ਿਆਦਾ ਤਾਂ 20 ਕਿਲੋ ਹਰਟਜ਼ ਤੋਂ ਜ਼ਿਆਦਾ ਦੀ ਗੱਲ ਕਰਾਂਗੇ ਤਾਂ ਅਲਟਰਾਸੋਨਿਕ ਵੇਵਸ ਦੀ ਗੱਲ ਹੋਊਗੀ। ਓਕੇ ਤਾਂ ਹਿਊਮਨ ਬੀਇੰਗਸ ਇਹਨਾਂ ਨੂੰ ਵੀ ਸੁਣ ਨਹੀਂ ਸਕਦੇ। ਹਿਊਮਨ ਬੀਇੰਗਸ ਕੈਨ ਨੋਟ ਹੀਅਰ ਅਲਟਰਾਸੋਨਿਕ ਵੇਵਸ। ਹਿਊਮਨ ਈਅਰ ਹੈ ਜਿਹੜਾ ਆਪਣਾ ਅਲਟਰਾਸੋਨਿਕ ਨਾ ਇਨਫਰਾਸੋਨਿਕ ਦੋਹਾਂ ਵੇਵਸ ਨੂੰ ਆਪਾਂ ਸੁਣ ਨਹੀਂ ਸਕਦੇ ਬੇਟਾ। ਓਕੇ ਤਾਂ ਜੇ ਆਪਾਂ ਗੱਲ ਕਰੀਏ ਜਿਹੜੇ ਆਪਣੇ ਬੈਟਸ ਵਗੈਰਾ ਹੁੰਦੇ ਨੇ ਚਮਗਾਦੜ ਡੌਗਸ ਵਗੈਰਾ ਕੈਟ ਡੋਲਫਿਨ ਮੰਕੀ ਇਹ ਹੀਅਰ ਕਰ ਸਕਦੇ ਨੇ ਅਲਟਰਾਸੋਨਿਕ ਵੇਵਸ ਨੂੰ ਪ੍ਰੋਡਿਊਸ ਵੀ ਕਰ ਸਕਦੇ ਨੇ ਹੀਅਰ ਵੀ ਕਰ ਸਕਦੇ ਨੇ। ਓਕੇ ਤਾਂ ਬੈਟ ਨੇ ਜਿਹੜੇ ਆਪਣੇ ਚਮਗਾਦੜ ਹੁੰਦੇ ਨੇ ਯੂਜ਼ਡ ਅਲਟਰਾਸੋਨਿਕ ਸਾਊਂਡ ਵੇਵਸ ਟੂ ਕੈਪਚਰ ਦੇਅਰ ਫੂਡ। ਤਾਂ ਤੁਹਾਨੂੰ ਪਤਾ ਬੈਟ ਨੇ ਜਿਹੜੇ ਤਾਂ ਇਹ ਅਲਟਰਾਸੋਨਿਕ ਵੇਵਸ ਅੱਗੇ ਟਰਾਂਸਫਰ ਕਰਦੇ ਰਹਿੰਦੇ ਨੇ ਤਾਂ ਜੇ ਉਹਨਾਂ ਨੂੰ ਕੋਈ ਫੂਡ ਮਿਲੇ ਉੱਥੋਂ ਟਕਰਾ ਕੇ ਵਾਪਸ ਆ ਜਾਏਗਾ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਪਤਾ ਚੱਲ ਜਾਂਦਾ ਵੀ ਕਿਸ ਜਗ੍ਹਾ ਦੇ ਉੱਤੇ ਕੋਈ ਮੇਰੇ ਵਾਸਤੇ ਸ਼ਿਕਾਰ ਹੈਗਾ ਜਾਂ ਨਹੀਂ ਹੈਗਾ ਤਾਂ ਇਸ ਤਰੀਕੇ ਨਾਲ ਉਹ ਆਪਣਾ ਫੂਡ ਇਕੱਠਾ ਕਰਦੇ ਨੇ। ਠੀਕ ਹੈ ਨੈਕਸਟ
ਇੱਕ ਗਾਲਟਨ ਵਿਸਲ ਹੁੰਦੀ ਹੈ, ਇਹ ਪ੍ਰੋਡਿਊਸ ਕਰਦੀ ਹੈ ਅਲਟਰਾਸੋਨਿਕ ਵੇਵਸ ਨੂੰ। ਤਾਂ ਗਾਲਟਨ ਵਿਸਲ ਬੇਟਾ ਇਹ ਸਪੈਸ਼ਲ ਤਰ੍ਹਾਂ ਦੀ ਇੱਕ ਵਿਸਲ ਹੁੰਦੀ ਹੈ, ਡੋਲਫਿਨ ਵਗੈਰਾ ਨੂੰ ਬੇਟਾ ਸਪੈਸ਼ਲੀ ਟ੍ਰੇਨ ਕਰਨ ਦੇ ਲਈ ਡੋਲਫਿਨ ਸ਼ੋਅ ਹੁੰਦੇ ਨੇ ਤਾਂ ਉੱਥੇ ਵਿਸਲ ਦਾ ਇਸਤੇਮਾਲ ਕਰਦੇ ਨੇ। ਤਾਂ ਜਿਵੇਂ ਡੌਗਸ ਦੀ ਪ੍ਰੈਕਟਿਸ ਹੁੰਦੀ ਆ ਉਹਨਾਂ ਵਿੱਚ ਵੀ ਗਾਲਟਨ ਵਿਸਲ ਅਲਟਰਾਸੋਨਿਕ ਵੇਵਸ ਦਾ ਹੀ ਪ੍ਰੋਡਿਊਸ ਕਰਦੇ ਨੇ ਉਹ। ਐਵਰੀਵਨ ਓਕੇ। ਨੈਕਸਟ, contaminated or impure water has bacteria which can be destroyed by ultrasonic waves। ਤਾਂ ਜਿਹੜਾ impure water ਹੁੰਦਾ ਬੇਟਾ ਉਹਨਾਂ 'ਚ ਕਈ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਨੇ ਅਵੇਲੇਬਲ, ਤਾਂ ਜਿਹੜੇ ਆਪਾਂ ਅਲਟਰਾਸੋਨਿਕ ਵੇਵਸ ਦੇ ਨਾਲ ਡਿਸਟਰੋਏ ਕਰ ਸਕਦੇ। ਇਹ ਸਾਰੇ ਐਪਲੀਕੇਸ਼ਨ ਨੇ ਕਿੱਥੇ ਕਿੱਥੇ ਅਲਟਰਾਸੋਨਿਕ ਵੇਵ ਯੂਜ਼ ਕਰ ਰਹੇ ਹਾਂ ਆਪਾਂ। ਫॉर ਕਲੀਨਿੰਗ ਕਲੋਥਸ, ਤਾਂ ਜੇ ਬੇਟਾ ਅੱਜ ਕੱਲ੍ਹ ਤੁਸੀਂ ਨਾ ਬਹੁਤ ਅੱਜ ਕੱਲ੍ਹ ਮਸ਼ੀਨ ਵਾਸ਼ਿੰਗ ਮਸ਼ੀਨਸ ਆਉਂਦੀਆਂ ਨੇ ਸਪੈਸ਼ਲੀ ਜਿਹੜੇ ਇੱਕ ਦਾਗ ਲੱਗ ਜਾਂਦੇ ਨੇ ਵਾਈਟ ਕੁਛ ਵੀ ਕਿਸੇ ਵੀ ਕਲੋਥ ਦੇ ਉੱਤੇ, ਜਿਵੇਂ ਇੰਕ ਦਾ ਦਾਗ ਲੱਗ ਗਿਆ, ਉਹ ਨਾ ਬੇਟਾ ਵੀ ਨਾ ਛੇਤੀ ਆਮ ਕੱਪੜੇ ਵਾਸ਼ ਕਰਨ ਦੇ ਨਾਲ ਨਹੀਂ ਜਾਂਦਾ ਹੈਗਾ। ਬਟ ਨਾ ਸਪੈਸ਼ਲ ਅੱਜ ਕੱਲ੍ਹ ਵਾਸ਼ਿੰਗ ਮਸ਼ੀਨ ਇੱਕ ਫੈਸਿਲਿਟੀ ਦੇ ਨਾਲ ਆਉਂਦੀਆਂ ਨੇ ਅਲਟਰਾਸੋਨਿਕ ਵੇਵਸ। ਤਾਂ ਉੱਥੇ ਕੋਈ ਛੋਟੀ ਜਿਹੀ ਜਗ੍ਹਾ ਹੁੰਦੀ ਹੈ, ਜੇ ਉੱਥੇ ਤੁਸੀਂ ਰੱਖੋਗੇ ਤਾਂ ਉਹ ਅਲਟਰਾਸੋਨਿਕ ਵੇਵਸ ਸਟਰਾਈਕ ਕਰ ਦੇਗਾ, ਤਾਂ ਉਹਨਾਂ ਵਿੱਚ ਜਿਹੜਾ ਕਲਰ ਹੁੰਦਾ ਉਹ ਖਤਮ ਕਰ ਦੇਗਾ ਉਹ। ਤਾਂ ਅਲਟਰਾਸੋਨਿਕ ਵੇਵਸ ਦਾ ਯੂਜ਼ ਕਰਦੇ ਆ ਆਪਾਂ ਕਲੋਥਸ ਨੂੰ ਕਲੀਨਿੰਗ ਕਰਨ ਦੇ ਲਈ। ਓਕੇ। ਤੇ ਅਲਟਰਾਸੋਨਿਕ ਵੇਵਸ ਆਰ ਯੂਜ਼ਡ ਟੂ ਡਿਟੈਕਟ ਕ੍ਰੈਕਸ ਐਂਡ ਫਲॉ ਇਨ ਐਨੀ ਮੈਟਲ ਬਾਕਸ। ਤਾਂ ਬੜੇ ਬੜੇ ਜਿਹੜੇ ਮੈਟਲ ਬਾਕਸ ਹੁੰਦੇ ਨੇ ਕਿਸੇ ਵੀ ਤਰ੍ਹਾਂ ਦਾ ਉਹਦੇ ਵਿੱਚ ਆਪਾਂ ਕਹਿੰਦੇ ਆ ਵੀ ਕਿਸੇ ਵੀ ਤਰੀਕੇ ਦਾ ਕੋਈ ਫਲॉ ਹੋਵੇ ਜਾਂ ਕੋਈ ਆਪਾਂ ਕਹਿ ਦਈਏ ਕੋਈ ਆਪਣਾ ਕ੍ਰੈਕ ਹੋਵੇ ਤਾਂ ਉਹਨੂੰ ਵੀ ਡਿਟੈਕਟ ਕਰਨਾ ਹੁੰਦਾ ਬੇਟਾ। ਇਹ ਜਿਹੜੇ ਪ੍ਰੋਜੈਕਟ ਚੱਲਦੇ ਨੇ ਉਹਨਾਂ 'ਚ ਜੇ ਗੈਸ ਲੀਕ ਹੋਣ ਲੱਗ ਗਈ ਤਾਂ ਬਹੁਤ ਬੜਾ ਨੁਕਸਾਨ ਹੋ ਸਕਦਾ। ਤਾਂ ਹਰ ਤਰ੍ਹਾਂ ਦੇ ਇਹਨਾਂ ਵਾਸਤੇ ਅਲਟਰਾਸੋਨਿਕ ਵੇਵਸ ਦਾ ਆਪਾਂ ਇਸਤੇਮਾਲ ਕਰਦੇ ਹੁੰਦੇ ਆ। ਐਵੇਂ ਤਾਂ ਇਹ ਸਾਰਾ ਕੁਛ ਐਗਜ਼ਾਮ ਦੇ ਵਿੱਚ ਬੇਟਾ ਆਸਕ ਕਰੂਗਾ। ਜਦੋਂ ਆਪਾਂ MCQ ਪੜ੍ਹਾਂਗੇ ਤਾਂ ਤੁਸੀਂ ਦੇਖੋਗੇ ਕੱਲਾ ਕੱਲਾ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤਾਂ ਹਰ ਪੁਆਇੰਟ ਨੂੰ ਧਿਆਨ ਨਾਲ ਸੁਣੋ ਤੇ ਲਿਖਦੇ ਜਾਓ ਬੇਟਾ। ਹੈਂਡ ਨੋਟਸ ਨੇ ਤਾਂ ਹਰ ਚੈਪਟਰ ਦੇ ਐਵੇਂ ਹੀ ਨੋਟਸ ਬਣਦੇ ਜਾਣਗੇ। ਇਹ ਜਨਰਲ ਸਾਇੰਸ ਹੈ, ETT ਦੇ ਸੈਕਿੰਡ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ। ਬਾਕੀ ਰੇਲਵੇ, ਗਰੁੱਪ ਡੀ, ਪਟਵਾਰੀ ਜੋ ਵੀ ਤੁਸੀਂ ਐਗਜ਼ਾਮ ਦੀ ਪ੍ਰਿਪਰੇਸ਼ਨ ਕਰ ਰਹੇ ਹੋ ਹਰ ਇੱਕ ਐਗਜ਼ਾਮ ਦੇ ਲਈ ਇਹ ਵਾਲਾ ਚੈਪਟਰ ਇੰਪੋਰਟੈਂਟ ਹੈ। ਸਾਇੰਸ ਹੈ ਤਾਂ ਜਨਰਲ GK ਦਾ ਟੌਪਿਕ ਹੈ ਬੇਟਾ, ਹਰ ਟੌਪਿਕ ਆਪਾਂ ਨੂੰ ਕਰਨਾ ਚਾਹੀਦਾ। ਤਾਂ ਮੇਰੇ ਕੋਲ ਕਈ ਵਾਰੀ ਸਟੂਡੈਂਟਸ WhatsApp ਕਰਦੇ ਨੇ ਵੀ ਸਰ ਆਪਾਂ ਟੌਪਿਕ ਇਹ ਕਰੀਏ ਜਾਂ ਨਾ ਕਰੀਏ। ਜਿਹੜਾ ਮਰਜ਼ੀ ਟੌਪਿਕ ਹੈ, ਜੇ ਆਪਾਂ ਨੇ ਅੱਜ ਗਵਰਨਮੈਂਟ ਜੋਬ ਲੈਣੀ ਹੈ ਯੂ ਹੈਵ ਟੂ ਸਟੱਡੀ। ਤਾਂ ਤੁਹਾਨੂੰ ਇੱਕ ਆਪਣਾ ਲੈਵਲ ਅਪ ਕਰਨਾ ਹੀ ਪੈਣਾ। ਪੇਪਰ ਦੇ ਵਿੱਚ ਤੁਹਾਨੂੰ ਕੁਝ ਨਹੀਂ ਪਤਾ ਵੀ ਉਹ ਕੀ ਲੈ ਕੇ ਆਏਗਾ ਪੇਪਰ ਦੇ ਵਿੱਚ, ਠੀਕ ਹੈ। ਇੱਕ ਸਪੈਸੀਫਿਕ ਉਹਨਾਂ ਦਾ ਸਿਲੇਬਸ ਮੈਂਸ਼ਨ ਕੀਤਾ ਹੁੰਦਾ ਹੈ, ਬਟ ਫਿਰ ਵੀ GK ਦਾ ਕੋਈ ਟੌਪਿਕ ਨਹੀਂ ਹੁੰਦਾ ਹੈਗਾ। GK ਜਦੋਂ ਉਹਨੇ ਕਹਿਤੀ GK ਹੈ ਤਾਂ GK ਵਿੱਚ ਉਹ ਕੋਈ ਮਰਜ਼ੀ ਟੌਪਿਕ ਇਨਸਾਈਡ ਕਰ ਸਕਦਾ ਹੈਗਾ, ਠੀਕ ਹੈ। ਤਾਂ ਹੁਣ ਆਪਾਂ ਸਪੀਡ ਆਫ ਸਾਊਂਡ ਦੀ ਆਪਾਂ ਗੱਲਬਾਤ ਕਰਦੇ ਤਾਂ ਬਹੁਤ ਇੰਪੋਰਟੈਂਟ ਸਪੀਡ ਆਫ ਸਾਊਂਡ ਦੀ ਗੱਲ ਕਰੀਏ ਤਾਂ ਦੇਖੋ ਆਪਾਂ ਨੂੰ ਪਤਾ ਹੈ ਵੀ ਜਿਹੜੀ ਸਾਊਂਡ ਹੈ ਤਿੰਨ ਤਰ੍ਹਾਂ ਦੇ ਮੀਡੀਅਮ ਵਿੱਚ ਟਰੈਵਲ ਕਰ ਸਕਦੀ ਹੈ, ਸੋਲਿਡ ਵਿੱਚ ਵੀ, ਲਿਕੁਇਡ ਵਿੱਚ ਵੀ, ਗੈਸ ਵਿੱਚ ਵੀ। ਤਾਂ ਜਿਹੜਾ ਸਾਊਂਡ ਹੈ ਸਭ ਤੋਂ ਜ਼ਿਆਦਾ ਸੋਲਿਡ ਦੇ ਵਿੱਚ ਇਹਦੀ ਮੈਕਸਿਮਮ ਸਪੀਡ ਹੁੰਦੀ ਹੈ, ਲਿਕੁਇਡ ਉਸ ਤੋਂ ਘੱਟ ਹੁੰਦਾ ਤੇ ਗੈਸ ਸਭ ਤੋਂ ਲੀਸਟ ਹੁੰਦੀ ਹੈ। ਤਾਂ ਜੇ ਕੋਈ ਤੁਹਾਨੂੰ ਪੁੱਛੇ ਸਪੀਡ ਆਫ ਸਾਊਂਡ ਮੈਕਸਿਮਮ ਕਿਹਦੇ 'ਚ ਹੁੰਦਾ, ਸੋਲਿਡਸ ਦੇ ਵਿੱਚ ਸਪੀਡ ਆਫ ਸਾਊਂਡ ਜ਼ਿਆਦਾ ਹੁੰਦੀ ਹੈ ਤੇ ਸਪੀਡ ਆਫ ਸਾਊਂਡ ਮਿਨੀਮਮ ਕਿਹਦੇ 'ਚ ਹੁੰਦਾ, ਗੈਸਾਂ ਦੇ ਵਿੱਚ। ਮੰਨ ਕੇ ਚਲੋ ਜੇ ਆਪਾਂ ਕਹਿ ਦਈਏ ਤਿੰਨ ਤਰ੍ਹਾਂ ਦੀ ਆਪਾਂ ਗੱਲ ਕਰੀਏ, ਇੱਕ ਆਇਰਨ ਲੈ ਲਈਏ ਆਪਾਂ, ਇੱਕ ਵਾਟਰ ਲੈ ਲਈਏ ਤੇ ਇੱਕ ਆਪਾਂ ਕਹਿ ਦਈਏ ਏਅਰ। ਤਾਂ ਆਪਾਂ ਕਹਿ ਦਈਏ ਵੀ ਸਪੀਡ ਆਫ ਸਾਊਂਡ ਕਿਸ ਦੇ ਵਿੱਚ ਸਭ ਤੋਂ ਮੈਕਸਿਮਮ ਹੋਗੀ ਤਿੰਨਾਂ ਦੇ ਵਿੱਚੋਂ, ਤਾਂ ਆਇਰਨ ਵਿੱਚ ਸਭ ਤੋਂ ਜ਼ਿਆਦਾ ਸਪੀਡ ਆਫ ਸਾਊਂਡ ਹੁੰਦੀ ਹੈ ਤੇ ਮਿਨੀਮਮ ਕਿਹਦੇ 'ਚ ਹੋਗੀ, ਹਵਾ ਦੇ ਵਿੱਚ, ਠੀਕ ਹੈ। ਤਾਂ ਇਸ ਤਰੀਕੇ ਨਾਲ ਤੁਸੀਂ ਅੱਗੇ ਤੁਸੀਂ MCQ ਸੀਰੀਜ਼ ਜਦੋਂ ਆਊਗੀ ਤਾਂ ਉਸ ਤਰੀਕੇ ਨਾਲ ਤੁਸੀਂ ਟਿਕ ਲਾਓਗੇ, ਠੀਕ ਹੈ। ਨੈਕਸਟ, ਵੈਨ ਸਾਊਂਡ ਐਂਟਰਸ ਫਰੋਮ ਵਨ ਮੀਡੀਅਮ ਟੂ ਅਨਦਰ ਮੀਡੀਅਮ ਇਟਸ ਸਪੀਡ ਐਂਡ ਵੇਵਲੈਂਥ ਚੇਂਜਿਸ। ਤਾਂ ਦੇਖੋ ਬਟ ਫ੍ਰੀਕੁਐਂਸੀ ਰਿਮੇਨ ਅਨਚੇਂਜ। ਤਾਂ ਇਹ ਰੀਫਰੈਕਸ਼ਨ ਦਾ ਫਿਨੋਮੀਨਾ ਹੈ। ਜਿਵੇਂ ਆਪਾਂ ਨੇ ਰੀਫਰੈਕਸ਼ਨ ਆਫ ਸਾਊਂਡ ਪੜ੍ਹਿਆ ਸੀਗਾ, ਉਵੇਂ ਰੀਫਰੈਕਸ਼ਨ ਆਫ ਲਿਕੁਇਡ ਪੜ੍ਹਿਆ ਆਪਣਾ ਲਾਈਟ ਪੜ੍ਹਿਆ ਸੀਗਾ, ਉਵੇਂ ਹੀ ਰੀਫਰੈਕਸ਼ਨ ਆਫ ਸਾਊਂਡ ਹੈਗਾ। ਤਾਂ ਜਦੋਂ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਵੱਲ ਆਪਣੀ ਸਾਊਂਡ ਟਰੈਵਲ ਹੁੰਦੀ ਹੈ ਤਾਂ ਉਹਦੀ ਜਿਹੜੀ ਸਪੀਡ ਹੈ ਤਾਂ ਉਹਦੀ ਵੇਵਲੈਂਥ ਚੇਂਜ ਹੋ ਜਾਂਦੀ ਹੈ, ਬਟ ਫ੍ਰੀਕੁਐਂਸੀ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ ਹੈਗਾ। ਤਾਂ ਕੁਐਸਚਨ ਆਉਂਦਾ ਹੁੰਦਾ ਕੀ ਰਿਮੇਨ ਅਨਚੇਂਜ, ਫ੍ਰੀਕੁਐਂਸੀ ਰਿਮੇਨ ਅਨਚੇਂਜਡ। ਉਸ ਦਾ ਸਪੀਡ ਆਫ ਸਾਊਂਡ ਡਜ਼ ਨੋਟ ਡਿਪੈਂਡ ਔਨ ਪ੍ਰੈਸ਼ਰ। ਤਾਂ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ, ਜੋ ਕਹਿੰਦੇ ਪ੍ਰੈਸ਼ਰ ਮੈਂ ਇੰਕਰੀਜ਼ ਕਰਤਾ ਡਿਕਰੀਜ਼ ਕਰਦਾ ਤਾਂ ਇਹਦੇ ਉੱਤੇ ਸਾਊਂਡ ਦਾ ਕੀ ਇਫੈਕਟ ਪਏਗਾ, ਉਹਦੇ ਸਪੀਡ ਦੇ ਉੱਤੇ ਕੋਈ ਵੀ ਇਫੈਕਟ ਨਹੀਂ ਹੋਊਗਾ। ਸਾਊਂਡ ਦੀ ਸਪੀਡ ਰਿਮੇਨ ਦੀ ਸੇਮ। ਤਾਂ ਪ੍ਰੈਸ਼ਰ ਉੱਤੇ ਸਪੀਡ ਆਫ ਸਾਊਂਡ ਦਾ ਪ੍ਰੈਸ਼ਰ ਉੱਤੇ ਕੋਈ ਇਫੈਕਟ ਨਹੀਂ ਹੈਗਾ। ਪ੍ਰੈਸ਼ਰ ਜਿੰਨਾ ਮਰਜ਼ੀ ਇੰਕਰੀਜ਼ ਕਰੋ ਡਿਕਰੀਜ਼ ਕਰੋ, ਸਪੀਡ ਆਫ ਸਾਊਂਡ ਰਿਮੇਨ ਦੀ ਸੇਮ ਹੁੰਦਾ ਡੀਅਰ, ਠੀਕ ਹੈ। ਨੈਕਸਟ,
ਦੀ ਸਪੀਡ ਆਫ ਸਾਊਂਡ ਇਨ ਅ ਮੀਡੀਅਮ ਡਿਪੈਂਡਸ ਅਪੋਨ, ਤਾਂ ਸਪੀਡ ਆਫ ਸਾਊਂਡ ਕਿਹਦੇ ਕਿਹਦੇ ਤੇ ਡਿਪੈਂਡ ਕਰਦੇ, ਇੱਕ ਤਾਂ ਇਲਾਸਟੀਸਿਟੀ ਆਫ ਦੀ ਮੀਡੀਅਮ ਦੇ ਉੱਤੇ ਡਿਪੈਂਡ ਕਰਦੀ ਹੈ ਵੀ ਕਿੰਨਾ ਕੁ ਇਲਾਸਟਿਕ ਹੈਗਾ, ਕਿੰਨਾ ਕੁ ਆਪਾਂ ਮੀਡੀਅਮ ਨੂੰ ਇਲਾਸਟਿਕ ਕਿੰਨਾ ਕੁ ਫੈਲਾ ਸਕਦੇ ਹਾਂ ਮੀਡੀਅਮ ਨੂੰ, ਤੇ ਇੱਕ ਉਹਦੀ ਡੈਂਸਿਟੀ, ਡੈਂਸਿਟੀ ਆਪਣਾ ਮਾਸ ਅਪੋਨ ਵੋਲਿਊਮ ਹੁੰਦਾ ਹੈ, ਤਾਂ ਮਾਸ ਅਪੋਨ ਵੋਲਿਊਮ ਡੈਂਸਿਟੀ ਕਿੰਨੀ ਕੁ ਹੈਗੀ ਹੈ, ਇਹ ਦੋ ਫੈਕਟਰਸ ਦੇ ਉੱਤੇ ਡਿਪੈਂਡ ਕਰਦੇ। ਜਿਹੜੀ ਸਪੀਡ ਹੁੰਦੀ ਹੈ ਰੂਟ ਦੇ ਵਿੱਚ ਰਹਿੰਦੀ ਹੈ ਆਪਣੇ ਕੋਲ ਇਲਾਸਟੀਸਿਟੀ ਅਪੋਨ ਡੈਂਸਿਟੀ, ਠੀਕ ਹੈ। ਤਾਂ ਡੈਂਸਿਟੀ ਨੀਚੇ ਪਈ ਹੈਗੀ, ਇਲਾਸਟੀਸਿਟੀ ਉੱਪਰ। ਜੇ ਡੈਂਸਿਟੀ ਡਿਕਰੀਜ਼ ਹੋਊਗੀ ਤਾਂ ਸਪੀਡ ਜ਼ਿਆਦਾ ਹੋਊਗੀ, ਜੇ ਡੈਂਸਿਟੀ ਇੰਕਰੀਜ਼ ਹੋਊਗੀ ਤਾਂ ਸਪੀਡ ਘਟ ਜਾਏਗੀ, ਠੀਕ ਹੈ। ਤਾਂ ਹੁਣ ਕੁਝ ਲਿੰਕ ਹੈਗੇ ਨੇ ਬੜੇ ਫੇਮਸ, ਧਿਆਨ ਨਾਲ ਸੁਣੋ। ਦੇਖੋ ਸਪੀਡ ਆਫ 에ਅਰ ਦੀ ਗੱਲ ਕਰਦੇ ਆ 0 ਡਿਗਰੀ ਸੈਲਸੀਅਸ ਤੇ ਸਪੀਡ ਆਫ ਜਿਹੜੀ 에ਅਰ ਸਪੀਡ ਆਫ ਸਾਊਂਡ ਇਨ 에ਅਰ ਦੇ ਹਵਾ ਦੇ ਵਿੱਚ 332 ਮੀਟਰ ਪਰ ਸੈਕਿੰਡ ਹੁੰਦਾ। ਬਟ ਜੇ ਇਹੀ ਆਪਾਂ ਟੈਂਪਰੇਚਰ ਇੰਕਰੀਜ਼ ਕਰ ਦਈਏ ਤੇ ਹਵਾ ਦੀ ਗੱਲ ਕਰੀਏ ਸਪੀਡ ਆਫ ਸਾਊਂਡ ਇਨ 에ਅਰ ਤਾਂ 343 ਮੀਟਰ ਪਰ ਸੈਕਿੰਡ ਹੋ ਜਾਂਦੀ ਹੈ। ਇਸ ਦਾ ਮਤਲਬ ਤੁਸੀਂ ਕੀ ਡਿਟੈਕਟ ਕਰਦੇ ਹੋ, ਦੇਅਰਫੋਰ ਇਫ ਟੈਂਪਰੇਚਰ ਇੰਕਰੀਜ਼ਿਸ ਆਫ ਦੀ ਮੀਡੀਅਮ ਇੰਕਰੀਜ਼ਿਸ, ਤਾਂ ਜੇ ਮੀਡੀਅਮ ਦਾ ਤੁਸੀਂ ਟੈਂਪਰੇਚਰ ਇੰਕਰੀਜ਼ ਕਰੋ ਤਾਂ ਸਪੀਡ ਆਫ ਸਾਊਂਡ ਆਲਸੋ ਇੰਕਰੀਜ਼ਿਸ। ਤੁਸੀਂ ਇਸ ਐਗਜ਼ਾਮਪਲ ਨਾਲ ਸਮਝ 0 ਡਿਗਰੀ ਤੇ 332 ਤੇ ਪਿਆ ਤੇ 20 ਡਿਗਰੀ ਤੇ 343 ਮੀਟਰ ਪਰ ਸੈਕਿੰਡ ਤੇ ਹੋਗੀ ਸਪੀਡ। ਤਾਂ ਇਸ ਦੇ ਨਾਲ ਮਤਲਬ ਟੈਂਪਰੇਚਰ ਜਿਵੇਂ ਜਿਵੇਂ ਇੰਕਰੀਜ਼ ਕਰਾਂਗੇ ਤਾਂ ਸਪੀਡ ਆਫ ਸਾਊਂਡ ਇੰਕਰੀਜ਼ ਹੋਊਗੀ। ਐਵਰੀਵਨ ਓਕੇ, ਤਾਂ ਟੈਂਪਰੇਚਰ ਦਾ ਇਫੈਕਟ ਹੈਗਾ। ਨੈਕਸਟ ਦੇਖੋ ਸਪੀਡ ਆਫ ਸਾਊਂਡ ਇਨ ਸਿੰਪਲ ਵਾਟਰ, ਤਾਂ ਸਿੰਪਲ ਵਾਟਰ ਦੇ ਸਪੀਡ ਆਫ ਸਾਊਂਡ 1482 ਮੀਟਰ ਪਰ ਸੈਕਿੰਡ ਹੈ ਤੇ ਸੀ ਵਾਟਰ ਦੇ ਵਿੱਚ 1533 ਮੀਟਰ ਪਰ ਸੈਕਿੰਡ ਹੈਗਾ। ਤਾਂ ਸੀ ਵਾਟਰ ਮਤਲਬ ਤੁਹਾਨੂੰ ਪਤਾ ਸਾਲਟੀ ਜ਼ਿਆਦਾ ਹੁੰਦਾ ਹੈ। ਤਾਂ ਜੇ ਆਪਾਂ ਗੱਲ ਕਰੀਏ ਸਪੀਡ ਆਫ ਸਾਊਂਡ ਆਲਸੋ ਇੰਕਰੀਜ਼ਿਸ ਇਫ ਬੇਸਿਸਿਟੀ ਆਫ ਵਾਟਰ ਇੰਕਰੀਜ਼, ਮਤਲਬ ਜੇ ਸਾਲਟ ਜ਼ਿਆਦਾ ਇੰਕਰੀਜ਼ ਹੋਊਗਾ ਪਾਣੀ ਦੇ ਵਿੱਚ ਤਾਂ ਉਹਦੇ 'ਚ ਸਪੀਡ ਜ਼ਿਆਦਾ ਹੋਊਗੀ ਐਜ਼ ਕੰਪੇਅਰ ਟੂ ਸਿੰਪਲ ਵਾਟਰ। ਤਾਂ ਇਹ ਐਪਲੀਕੇਸ਼ਨਸ ਨੇ, ਬਹੁਤ ਵਾਰੀ ਕੁਐਸਚਨ ਐਗਜ਼ਾਮ 'ਚ ਆਉਂਦੇ ਨੇ ਇਸ ਦੇ ਬੇਸ ਦੇ ਉੱਤੇ, ਓਕੇ। ਤੇ ਸਪੀਡ ਆਫ ਸਾਊਂਡ ਇਨ ਆਇਰਨ ਦੇ ਵਿੱਚ 5130 ਹੈ ਤੇ ਐਲੂਮੀਨੀਅਮ ਦੇ ਵਿੱਚ 8480 ਹੈਗਾ। ਤਾਂ ਮਤਲਬ ਚਾਹੇ ਸੋਲਿਡ ਨੇ ਤਾਂ ਹਰ ਇੱਕ ਮੀਡੀਅਮ ਵਿੱਚ ਆਪਣੇ ਆਪਣੇ ਅਲੱਗ-ਅਲੱਗ ਸਪੀਡ ਹੈਗੇ। ਤਾਂ ਐਲੂਮੀਨੀਅਮ ਦੇ ਵਿੱਚ ਸਪੀਡ ਆਫ ਸਾਊਂਡ ਸਭ ਤੋਂ ਮੈਕਸਿਮਮ ਹੁੰਦੀ ਹੈ, ਤਾਂ ਐਲੂਮੀਨੀਅਮ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਐਵਰੀਵਨ ਓਕੇ, ਨੈਕਸਟ ਦੇਖੋ ਸਪੀਡ ਆਫ ਸਾਊਂਡ ਇਜ਼ ਮੋਰ ਇਨ ਹਿਊਮਿਡ 에ਅਰ ਦੈਨ ਇਨ ਡਰਾਈ 에ਅਰ। ਤਾਂ ਇੱਕ ਗੱਲ ਪਹਿਲਾਂ ਕਲੀਅਰ ਰੱਖੋ, ਸਪੀਡ ਆਫ ਸਾਊਂਡ ਹੈ ਜਿਹੜੀ ਇਹ ਹਿਊਮਿਡ 에ਅਰ ਦੇ ਵਿੱਚ, ਹਿਊਮਿਡ 에ਅਰ ਦਾ ਮਤਲਬ ਕੀ ਹੁੰਦਾ, ਜਿਸ ਦੇ ਵਿੱਚ ਮਾੜਾ ਜਿਹਾ ਪਾਣੀ ਜਾ ਹੋਵੇ, ਮਤਲਬ ਵਾਟਰ ਡ੍ਰੌਪਲੇਟਸ ਹੋਣ, ਦੈਨ ਇਨ ਡਰਾਈ 에ਅਰ ਬਿਕੋਜ਼ ਇਹਦਾ ਕਾਰਨ ਕੀ ਹੈ, ਡੈਂਸਿਟੀ ਆਫ ਜਿਹੜੀ ਹਿਊਮਿਡ 에ਅਰ ਹੈ ਬੇਟਾ ਉਹ ਲੈਸ ਹੁੰਦੀ ਹੈ। ਡੈਂਸਿਟੀ ਜਿਹੜੀ ਹੁੰਦੀ ਹੈ ਹਿਊਮਿਡ 에ਅਰ ਦੀ ਉਹ ਲੈਸ ਹੁੰਦੀ ਹੈ ਐਜ਼ ਕੰਪੇਅਰ ਟੂ ਡੈਂਸਿਟੀ ਆਫ ਡਰਾਈ 에ਅਰ। ਇਹ ਤੁਹਾਨੂੰ ਪਤਾ ਆਪਣਾ ਰਿਲੇਸ਼ਨ ਆਪਾਂ ਨੇ ਕੀਤਾ ਸੀਗਾ ਵੀ ਸਪੀਡ ਹੈ ਜਿਹੜੀ ਉਹ ਡਿਪੈਂਡ ਕਰਦੀ ਹੈਗੀ ਹੈ ਆਪਣੀ ਇਲਾਸਟੀਸਿਟੀ ਉੱਤੇ ਤੇ ਆਪਣੀ ਡੈਂਸਿਟੀ ਦੇ ਉੱਤੇ ਡਿਪੈਂਡ ਕਰਦੀ ਹੈ। ਡੈਂਸਿਟੀ ਡਿਕਰੀਜ਼ ਹੋਊਗੀ ਤਾਂ ਸਪੀਡ ਆਪਣੀ ਕੀ ਹੋ ਜੂਗੀ, ਇੰਕਰੀਜ਼ ਹੋ ਜੂਗੀ। ਤਾਂ ਇਹਦੇ ਵਿੱਚ ਵੀ ਇਹੀ ਕਿਹਾ ਵੀ ਹਿਊਮਿਡ 에ਅਰ ਦੀ ਜਿਹੜੀ ਡੈਂਸਿਟੀ ਆ ਉਹ ਲੋ ਹੋ ਜਾਂਦੀ ਹੈ, ਦੈਟਸ ਵਾਈ ਸਪੀਡ ਕੀ ਹੋ ਜਾਂਦੀ ਹੈ, ਇੰਕਰੀਜ਼ ਹੋ ਜਾਂਦੀ ਹੈ। ਐਵਰੀਵਨ ਓਕੇ, ਤਾਂ ਨੈਕਸਟ ਪੁਆਇੰਟ ਦੇਖੋ ਦੀ ਸਪੀਡ ਆਫ ਸਾਊਂਡ ਇਨ 에ਅਰ ਇੰਕਰੀਜ਼ਿਸ ਬਾਏ 0.6 ਮੀਟਰ ਪਰ ਸੈਕਿੰਡ। 0.6 ਮੀਟਰ ਪਰ ਸੈਕਿੰਡ ਲਿਖਿਆ ਹੋਇਆ ਬੇਟਾ, ਥੋੜਾ ਡਾਰਕਨੈਸ ਤੇ ਹੋ ਗਿਆ ਫੋਟੋਗ੍ਰਾਫ ਦੇ ਵਿੱਚ। ਵੈਨ ਦੀ ਟੈਂਪਰੇਚਰ ਇੰਕਰੀਜ਼ਿਸ ਬਾਏ 1 ਡਿਗਰੀ ਸੈਲਸੀਅਸ, ਤਾਂ ਇਹਨੇ ਕਿਹਾ ਜਦੋਂ ਆਪਾਂ 1 ਡਿਗਰੀ ਸੈਲਸੀਅਸ ਟੈਂਪਰੇਚਰ ਨੂੰ ਇੰਕਰੀਜ਼ ਕਰਦੇ ਆ ਤਾਂ 0.6 ਮੀਟਰ ਪਰ ਸੈਕਿੰਡ ਦੀ ਸਪੀਡ ਇੰਕਰੀਜ਼ ਹੋ ਜਾਂਦੀ ਹੁੰਦੀ ਹੈ। ਐਵਰੀਵਨ ਓਕੇ, ਨੈਕਸਟ ਪੁਆਇੰਟ ਦੇਖੋ ਸਪੀਡ ਆਫ ਸਾਊਂਡ ਇਨ 에ਅਰ ਇਜ਼ ਲੈਸ ਦੈਨ ਸਪੀਡ ਆਫ ਲਾਈਟ ਇਨ 에ਅਰ। ਦੇਖੋ ਬੇਟਾ ਸਪੀਡ ਆਫ ਸਾਊਂਡ ਆਪਾਂ ਨੇ ਹੁਣੀ ਲਿਖਿਆ ਸੀਗਾ 에ਅਰ ਦੇ ਵਿੱਚ ਸਪੀਡ ਆਫ ਸਾਊਂਡ ਸਿਰਫ 330 ਮੀਟਰ ਪਰ ਸੈਕਿੰਡ ਦੇ ਨੀਅਰ ਅਬਾਊਟ ਵੈਲਿਊ ਹੁੰਦੇ ਆ, ਹੈ ਨਾ, ਜਦ ਕਿ ਲਾਈਟ ਦੀ ਸਪੀਡ 3 × 10⁸ ਮੀਟਰ ਪਰ ਸੈਕਿੰਡ ਹੁੰਦੀ ਹੈ। ਤਾਂ ਤੁਹਾਡੇ ਸਾਹਮਣੇ ਲਾਈਟ ਦੀ ਸਪੀਡ ਜ਼ਿਆਦਾ ਹਵਾ ਦੇ ਵਿੱਚ ਐਜ਼ ਕੰਪੇਅਰ ਟੂ ਸਾਊਂਡ। ਦੇਅਰਫੋਰ ਰੇਨੀ ਸੀਜ਼ਨ ਦੇ ਵਿੱਚ, ਰੇਨੀ ਸੀਜ਼ਨ ਦੇ ਜਿਹੜੀ ਫਲੈਸ਼ ਆਫ ਲਾਈਟਨਿੰਗ ਹੈ, ਜਦੋਂ ਬਿਜਲੀ ਚਮਕਦੀ ਹੈ ਤਾਂ ਲਾਈਟ ਆਪਾਂ ਨੂੰ ਪਹਿਲਾਂ ਨਜ਼ਰ ਆਉਂਦੀ ਹੈ ਤੇ ਜਿਹੜੀ ਥੰਡਰਿੰਗ ਦੀ ਸਾਊਂਡ ਹੈਗਾ, ਸਾਊਂਡ ਆਫ ਥੰਡਰ ਇਜ਼ ਹਰਡ ਅ ਲਿਟਲ ਲੇਟਰ। ਤਾਂ ਪਹਿਲਾਂ ਆਪਾਂ ਨੂੰ ਲਾਈਟ ਨਜ਼ਰ ਆਊਗੀ, ਬਿਜਲੀ ਚਮਕਦੀ ਹੋਈ ਪਹਿਲਾਂ ਨਜ਼ਰ ਆਊਗੀ ਤੇ ਉਹਦੀ ਜਿਹੜੀ ਕੜਕ ਵਾਲੀ ਆਵਾਜ਼ ਥੰਡਰਿੰਗ ਦੀ ਆਵਾਜ਼ ਹੁੰਦੀ ਹੈ ਉਹ ਬਾਅਦ 'ਚ, ਕਿਉਂਕਿ ਸਾਊਂਡ ਦੀ ਜਿਹੜੀ ਆਵਾਜ਼ ਹੈਗੀ ਹੈ ਉਹਦੀ ਸਪੀਡ ਹੈਗੀ 에ਅਰ 'ਚ ਘੱਟ ਹੁੰਦੀ ਹੈ, ਲਾਈਟ ਦੀ ਸਪੀਡ ਜ਼ਿਆਦਾ ਹੁੰਦੀ ਹੈ 에ਅਰ ਦੇ ਵਿੱਚ, ਇਹਦਾ ਰੀਜ਼ਨ ਹੈਗਾ। ਉਸ ਤੋਂ ਜੇ ਆਪਾਂ ਟੈਲੀਵਿਜ਼ਨ ਦੀ ਗੱਲ ਕਰੀਏ ਬੇਟਾ, ਟੈਲੀਵਿਜ਼ਨ ਤੁਹਾਡੇ ਸਾਹਮਣੇ ਹਰ ਇੱਕ ਦੇ ਘਰ ਵਿੱਚ ਹੈਗਾ ਹੀ ਹੈ। ਤਾਂ ਦੋ ਤਰ੍ਹਾਂ ਦੇ ਸਿਗਨਲ ਅਵੇਲੇਬਲ ਹੋ ਰਹੇ ਨੇ ਆਪਣੇ ਪਾਸ, ਇੱਕ ਉਹਦੇ ਵੀਡੀਓ ਸਿਗਨਲ ਹੁੰਦਾ, ਇੱਕ ਉਹਦੇ 'ਚ ਆਡੀਓ ਸਿਗਨਲ ਹੁੰਦਾ। ਇੱਕ ਟੈਕਨੀਕਲ ਟਰਮਸ ਨੇ, ਐਗਜ਼ਾਮ 'ਚ ਆਉਂਦੀਆਂ ਰਹਿੰਦੀਆਂ ਨੇ।
ਤਾਂ ਵੀਡੀਓ ਸਿਗਨਲ ਦੇ ਵਿੱਚ ਨਾ ਇੱਕ ਐਂਪਲੀਟਿਊਡ ਮੋਡੂਲੇਸ਼ਨ ਟਰਮ ਹੁੰਦੀ ਹੈ, ਇੱਕ ਟੈਕਨੀਕਲ ਟਰਮ ਹੁੰਦੀ ਹੈ ਕਮਿਊਨੀਕੇਸ਼ਨ ਦੇ ਵਿੱਚ। ਐਂਪਲੀਟਿਊਡ ਮੋਡੂਲੇਸ਼ਨ ਦਾ ਯੂਜ਼ ਹੁੰਦਾ ਹੈ ਵੀਡੀਓ ਸਿਗਨਲ ਦੇ ਵਿੱਚ। ਆਡੀਓ ਸਿਗਨਲ ਦੇ ਲਈ ਆਪਾਂ ਫ੍ਰੀਕੁਐਂਸੀ ਮੋਡੂਲੇਸ਼ਨ FM, FM ਤਾਂ ਤੁਸੀਂ ਸੁਣਦੇ ਰਹਿੰਦੇ ਹੋ ਨਾ ਵੀ ਆਪਾਂ ਕਹਿੰਦੇ 98.7 FM ਆਪਾਂ ਕਹਿੰਦੇ ਆ। FM ਕੀ ਹੁੰਦਾ, ਫ੍ਰੀਕੁਐਂਸੀ ਮੋਡੂਲੇਸ਼ਨ ਹੁੰਦਾ। ਤਾਂ ਫ੍ਰੀਕੁਐਂਸੀ ਮੋਡੂਲੇਸ਼ਨ ਆਡੀਓ ਵਾਸਤੇ ਫ੍ਰੀਕੁਐਂਸੀ ਮੋਡੂਲੇਸ਼ਨ ਦਾ ਯੂਜ਼ ਕਰਦੇ ਆ, ਤੇ ਵੀਡੀਓ ਵਾਸਤੇ ਐਂਪਲੀਟਿਊਡ ਮੋਡੂਲੇਸ਼ਨ ਦਾ ਆਪਾਂ ਯੂਜ਼ ਕਰਦੇ ਹੁੰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਦੋ ਬੜੀਆਂ ਫੇਮਸ ਡਿਵਾਈਸਿਸ ਨੇ। ਮਾਈਕਰੋਫੋਨ ਬਹੁਤ ਹੀ ਫੇਮਸ ਡਿਵਾਈਸ ਹੈ। ਇਹ ਕਰਦੇ ਸਾਊਂਡ એનર્ਜੀ ਨੂੰ ਕਨਵਰਟ ਕਰਦੇ ਇਲੈਕਟ੍ਰੀਕਲ એનર્ਜੀ। ਜਿਵੇਂ ਬੇਟਾ ਮੇਰੇ ਵੀ ਇੱਕ ਮਾਈਕ ਲੱਗਿਆ ਹੋਇਆ ਹੁਣ ਐਟ ਪ੍ਰੈਜ਼ੈਂਟ ਮਾਈਕਰੋਫੋਨ ਹੈ, ਮੈਂ ਬੋਲ ਰਿਹਾ ਮਤਲਬ ਸਾਊਂਡ એનર્ਜੀ ਹੈ, ਉਹ ਕਨਵਰਟ ਕਰਕੇ ਇਲੈਕਟ੍ਰੀਕਲ એનર્ਜੀ ਕਰਕੇ ਮੋਬਾਈਲ ਫੋਨ ਦੇ ਵਿੱਚ ਲਿਆ ਕੇ ਵਾਇਰਾਂ ਦੇ ਥਰੂ ਤੁਹਾਡੇ ਕੋਲ ਪਹੁੰਚਾ ਰਿਹਾ। ਤਾਂ ਮਾਈਕਰੋਫੋਨ ਸਾਊਂਡ એનર્ਜੀ ਨੂੰ ਕਨਵਰਟ ਕਰਦਾ ਕਿਹਦੇ ਵਿੱਚ, ਇਲੈਕਟ੍ਰੀਕਲ એનਰਜੀ ਦੇ ਵਿੱਚ। ਬਹੁਤ ਵਾਰੀ ਐਗਜ਼ਾਮ 'ਚ ਕੁਐਸਚਨ ਆਇਆ ਨਾ, ਸਿੰਪਲ ਜਿਹਾ ਹੈਗਾ। ਇੱਕ ਲਾਊਡ ਸਪੀਕਰ ਹੁੰਦਾ, ਬਟ ਦੋਹਾਂ ਦਾ ਧਿਆਨ ਰੱਖਿਓ। ਮਾਈਕਰੋਫੋਨ ਮਾਈਕ ਆਪਣੇ ਮਾਊਥ ਦੇ ਨੇੜੇ ਹੈ ਤਾਂ ਆਪਾਂ ਬੋਲਾਂਗੇ ਉਹਦੇ ਵਿੱਚ, ਬਸ ਇੰਨੀ ਗੱਲ ਦਾ ਧਿਆਨ ਰੱਖ ਸਕਦੇ ਹੋ ਨਾ। ਤਾਂ ਸਾਊਂਡ એનર્ਜੀ ਨੂੰ ਕਨਵਰਟ ਕਰੂਗਾ, ਉਸ ਤੋਂ ਬਾਅਦ ਅੱਗੇ ਤਾਰਾਂ ਲੱਗੀਆਂ ਹੁੰਦੀਆਂ ਨੇ ਉਹ ਇਲੈਕਟ੍ਰੀਕਲ ਦੇ ਵਿੱਚ ਕਨਵਰਟ ਹੋ ਜਾਂਦਾ। ਲਾਊਡ ਸਪੀਕਰ ਹੀ ਕਰਦਾ ਹੈ, ਕਨਵਰਟ ਕਰਦਾ ਇਲੈਕਟ੍ਰੀਕਲ એનર્ਜੀ ਇਨਟੂ ਸਾਊਂਡ એનર્ਜੀ। ਜਿਹੜੇ ਵੱਡੇ ਵੱਡੇ ਲਾਊਡ ਸਪੀਕਰ ਲੱਗੇ ਹੁੰਦੇ ਨੇ ਉਹਨਾਂ ਪਿੱਛੋਂ ਵਾਇਰ ਆ ਰਹੀ ਹੁੰਦੀ ਹੈ, ਤਾਂ ਇਲੈਕਟ੍ਰੀਕਲ ਸਿਗਨਲ ਆ ਰਿਹਾ ਹੁੰਦਾ ਹੈ ਤੇ ਅੱਗੋਂ ਦੀ ਆਪਾਂ ਨੂੰ ਸਾਊਂਡ ਸਿਗਨਲ ਸੁਣਦਾ ਹੁੰਦਾ ਨਾ, ਸਾਊਂਡ ਵੇਵ ਸੁਣ ਜਾਂਦੀ ਹੁੰਦੀ ਹੈ। ਤਾਂ ਬਸ ਇੱਕ ਤਰੀਕੇ ਨਾਲ ਗੱਲ ਯਾਦ ਰੱਖਣਾ, ਨਹੀਂ ਬੇਟਾ ਦੋਹੇ ਕਨਫਿਊਜ਼ ਕਰ ਦਿੰਦੇ ਨੇ ਆਪਸ ਦੇ ਵਿੱਚ। ਮਾਈਕਰੋਫੋਨ ਕਨਵਰਟ ਕਰਦਾ ਆਪਣੀ ਸਾਊਂਡ એનર્ਜੀ ਨੂੰ ਇਲੈਕਟ੍ਰੀਕਲ ਦੇ ਵਿੱਚ, ਤੇ ਲਾਊਡ ਸਪੀਕਰ ਆਪਣਾ ਕਨਵਰਟ ਕਰਦਾ ਹੈਗਾ ਇਲੈਕਟ੍ਰੀਕਲ એનર્ਜੀ ਨੂੰ ਸਾਊਂਡ એનર્ਜੀ ਦੇ ਵਿੱਚ। ਨੈਕਸਟ, ਸਟੈਥੋਸਕੋਪ ਇਜ਼ ਯੂਜ਼ਡ ਬਾਏ ਡਾਕਟਰ। ਤਾਂ ਤੁਹਾਨੂੰ ਪਤਾ ਇੱਕ ਬੜੀ ਫੇਮਸ ਡਿਵਾਈਸ ਹੈ ਸਟੈਥੋਸਕੋਪ, ਇਹ ਡਾਕਟਰ ਯੂਜ਼ ਕਰਦੇ ਨੇ, ਵਿਚ ਵਰਕਸ ਔਨ ਦੀ ਪ੍ਰਿੰਸੀਪਲ ਆਫ ਮਲਟੀਪਲ ਰਿਫਲੈਕਸ਼ਨ ਆਫ ਸਾਊਂਡ। ਤਾਂ ਇਹ ਕੁਐਸਚਨ ਆ ਪਿਆ ਵੀ ਕਿਸ ਫਿਨੋਮੀਨਾ ਦੇ ਉੱਤੇ ਵਰਕ ਕਰਦੇ ਨੇ, ਮਲਟੀਪਲ ਰਿਫਲੈਕਸ਼ਨ ਆਫ ਸਾਊਂਡ ਦੇ ਉੱਤੇ ਵਰਕ ਕਰਦਾ ਹੈ ਸਟੈਥੋਸਕੋਪ ਵਗੈਰਾ। ਨੈਕਸਟ, polarization is the only phenomena which proves that light waves are transverse and sound waves are longitudinal। ਬਹੁਤ ਵਾਰੀ ਐਗਜ਼ਾਮ 'ਚ ਕੁਐਸਚਨ ਆਉਂਦਾ, ਪਹਿਲਾਂ ਵੀ ਮੈਂ ਬਹੁਤ ਵਾਰ ਡਿਸਕਸ ਕਰ ਚੁੱਕਿਆ ਵੀ ਲਾਈਟ ਵੇਵਸ ਤੇ ਸਾਊਂਡ ਵੇਵਸ ਨੂੰ ਟਰਾਂਸਵਰਸ ਤੇ ਲੌਂਗੀਟਿਊਡਨਲ ਕਹਿਣ ਵਾਲਾ ਜਿਹੜਾ ਇੱਕ ਫਿਨੋਮੀਨਾ ਹੈਗਾ ਉਹ ਸਿਰਫ ਕਿਹੜਾ ਹੈਗਾ, ਪੋਲਰਾਈਜੇਸ਼ਨ ਫਿਨੋਮੀਨਾ। ਪੋਲਰਾਈਜੇਸ਼ਨ ਫਿਨੋਮੀਨਾ ਲਾਈਟ ਵੇਵ 'ਚ ਹੈਪਨ ਹੁੰਦਾ ਹੈ, ਬਟ ਸਾਊਂਡ ਵੇਵਸ ਦੇ 'ਚ ਹੈਪਨ ਨਹੀਂ ਹੁੰਦਾ ਹੈਗਾ, ਠੀਕ ਹੈ। ਨੈਕਸਟ, ਰਿਫਲੈਕਸ਼ਨ ਆਫ ਸਾਊਂਡ। when sound waves strike a surface they return back to the same medium, this phenomena is called reflection। ਜਿਵੇਂ ਲਾਈਟ ਦਾ ਰਿਫਲੈਕਸ਼ਨ ਸੀਗਾ, ਮੀਡੀਅਮ ਤੋਂ ਆ ਰਹੀ ਹੈ ਤੇ ਵਾਪਸ ਟਕਰਾ ਕੇ ਉਸੇ ਮੀਡੀਅਮ 'ਚ ਵਾਪਸ ਚਲੀ ਜਾਊਗੀ, ਤਾਂ ਇਸ ਨੂੰ ਆਪਾਂ ਰਿਫਲੈਕਸ਼ਨ ਬੋਲਦੇ ਹੁੰਦੇ ਹਾਂ, ਠੀਕ ਹੈ। ਨੈਕਸਟ, ਮੇਨ ਪ੍ਰਿੰਸੀਪਲ ਬਿਹਾਈਂਡ ਦੀ ਇਕੋ ਇਜ਼। ਤਾਂ ਇਕੋ ਦਾ ਜਿਹੜਾ ਮੇਨ ਪ੍ਰਿੰਸੀਪਲ ਹੈਗਾ ਉਹ ਰਿਫਲੈਕਸ਼ਨ ਆਫ ਸਾਊਂਡ ਹੈਗਾ। ਤਾਂ ਇੱਕੋ ਤੁਹਾਨੂੰ ਪਤਾ ਹੈ ਬੇਟਾ ਵੀ ਆਪਾਂ ਜੇ ਇੱਕੋ ਸੁਣਦੇ ਆ, ਕੁਛ ਗੂੰਜ ਆਪਾਂ ਕਹਿੰਦੇ ਇੱਕ ਤਰ੍ਹਾਂ ਦੀ, ਮਤਲਬ ਜੇ ਤੁਸੀਂ ਆਵਾਜ਼ ਇੱਕ ਖਾਲੀ ਜਗ੍ਹਾ ਦੇ ਉੱਤੇ ਉੱਚੀ ਬੋਲਦੇ ਹੋ ਤਾਂ ਆਫਟਰ ਸਮ ਟਾਈਮ ਬਾਅਦ ਤੁਹਾਨੂੰ ਇੱਕ ਆਵਾਜ਼ ਸੁਣੂਗੀ, ਤਾਂ ਉਸ ਨੂੰ ਆਪਾਂ ਕੀ ਬੋਲਦੇ, ਇੱਕੋ ਬੋਲਦੇ। ਤਾਂ ਮੇਨ ਪ੍ਰਿੰਸੀਪਲ ਬਿਹਾਈਂਡ ਦੀ ਇੱਕੋ ਆਪਾਂ ਕੀ ਬੋਲਦੇ, ਰਿਫਲੈਕਸ਼ਨ ਆਫ ਸਾਊਂਡ। ਤਾਂ ਸਾਊਂਡ ਦੀ ਰਿਫਲੈਕਸ਼ਨ ਕਰਕੇ ਹੀ ਇਹ ਇੱਕੋ ਆਪਾਂ ਨੂੰ ਸੁਣਾਈ ਦਿੰਦੀ ਹੈ। ਤਾਂ ਇੱਕੋ ਕਦੋਂ ਸੁਣਾਈ ਦਿੰਦੀ ਹੈ, ਫੋਰ ਹੀਅਰਿੰਗ ਇੱਕੋ ਮਿਨੀਮਮ ਡਿਸਟੈਂਸ ਰਿਕੁਆਇਰਡ ਇਟ ਇਜ਼ 17 ਮੀਟਰ। ਇਹ ਕੁਐਸਚਨ ਬੜਾ ਫੇਮਸ ਹੈ ਵੀ ਜੇ ਆਪਾਂ ਨੇ ਇੱਕੋ ਸੁਣਨੀ ਹੋਵੇ ਤਾਂ ਮਿਨੀਮਮ ਡਿਸਟੈਂਸ ਕਿੰਨਾ ਚਾਹੀਦਾ ਹੈ, ਵੀ ਜਦੋਂ ਆਪਣੀ ਆਵਾਜ਼ ਟਕਰਾ ਕੇ ਕਿਸੇ ਪੁਆਇੰਟ ਤੋਂ ਵਾਪਸ ਆਪਣੇ ਤੱਕ ਆਵੇ ਤਾਂ ਉਹ ਮੀਡੀਅਮ 17 ਮੀਟਰ ਅਪਰੋਕਸੀਮੇਟ ਚਾਹੀਦਾ ਹੁੰਦਾ। ਤਾਂ 17 ਮੀਟਰ ਜੇ ਹੋਊਗਾ ਤਾਂ ਹੀ ਕੋਈ ਇੱਕੋ ਸੁਣਾਈ ਦਊਗੀ। ਤਾਂ ਹੀ ਬੇਟਾ ਜੇ ਆਪਾਂ ਘਰ ਦੀ ਛੱਤ ਉੱਤੇ ਚੱਲੀਏ ਬੇਟਾ, ਪਹਾੜਾਂ ਦੇ ਵਿੱਚ ਨਾ ਦੂਰ ਦੂਰ ਪਹਾੜ ਹੁੰਦੇ ਨੇ, ਤਾਂ ਜਦੋਂ ਆਪਾਂ ਬੋਲਦੇ ਹਾਂ ਤਾਂ ਉਹ ਟਕਰਾ ਕੇ ਕਿਸੇ ਦੂਜੇ ਪਹਾੜ ਤੋਂ, ਕੋਈ 17 ਮੀਟਰ ਤੋਂ ਦੂਰ ਹੀ ਹੁੰਦਾ ਪਹਾੜ ਨੀਅਰ ਅਬਾਊਟ ਹੈ ਨਾ, ਉਹ ਟਕਰਾ ਕੇ ਵਾਪਸ ਆਪਣੇ ਕੋਲ ਆਵਾਜ਼ ਆ ਜਾਂਦੀ ਹੈ। ਤਾਂ ਦੈਟ ਇਜ਼ ਦਾ ਇਕੋ। ਤਾਂ 17 ਮੀਟਰ ਚਾਹੀਦਾ ਹੁੰਦਾ ਡਿਸਟੈਂਸ ਜਿਹੜਾ ਹੈਗਾ। ਤਾਂ ਪਰਜਿਸਟੈਂਸ ਆਫ ਹਿਊਮਨ ਈਅਰ ਇਜ਼ 1/10 ਸੈਕਿੰਡਸ ਔਰ 0.1 ਸੈਕਿੰਡ। ਜਿਵੇਂ ਬੇਟਾ ਪਰਜਿਸਟੈਂਸ ਆਫ ਆਈ ਹੁੰਦਾ, ਪਰਜਿਸਟੈਂਸ ਆਫ ਆਈ ਆਪਾਂ ਨੇ 1/16 ਸੈਕਿੰਡ ਆਪਾਂ ਨੇ ਕੀਤਾ ਸੀਗਾ, ਪਰਜਿਸਟੈਂਸ ਆਫ ਆਈ ਹੁੰਦਾ। ਪਰਜਿਸਟੈਂਸ ਆਫ ਹਿਊਮਨ ਈਅਰ ਕੀ ਹੁੰਦਾ, 1/10। ਪਰਜਿਸਟੈਂਸ ਮਤਲਬ ਕੀ ਹੁੰਦਾ, ਜਦੋਂ ਆਪਾਂ ਇੱਕ ਮਤਲਬ ਦੋ ਵੋਇਸਿਸ ਆ ਰਹੀਆਂ ਨੇ ਤਾਂ ਉਹਨਾਂ 'ਚ ਥੋੜ੍ਹਾ ਡਿਫਰੈਂਸ ਪਾਉਣਾ ਹੋਵੇ, ਪਰਜਿਸਟੈਂਸ ਆਫ ਹਿਊਮਨ ਈਅਰ ਵੀ ਇਹਦੇ ਵਿੱਚ ਕੀ ਹੁੰਦਾ, ਇੱਕ ਸਾਊਂਡ ਆ ਰਹੀ ਹੈ, ਉਹ ਸਾਊਂਡ ਨੂੰ ਆਪਾਂ ਬੰਦ ਕਰ ਦਈਏ ਤਾਂ ਆਪਣੇ ਕੰਨਾਂ ਦੇ ਵਿੱਚ, ਆਪਣੇ ਈਅਰ ਦੇ ਵਿੱਚ ਉਹ ਆਵਾਜ਼ ਕੁਝ ਸਮੇਂ ਤੱਕ ਸੁਣਾਈ ਦਿੰਦੀ ਰਹੇ। ਜਿਵੇਂ ਮੈਂ ਬੋਲ ਰਿਹਾ, ਤੁਹਾਡੇ ਕੰਨ ਵਿੱਚ ਸੁਣ ਰਿਹਾ, ਸੁਣਾਈ ਦੇ ਰਿਹਾ, ਮੈਂ ਕੁਛ ਵੀ ਬੋਲਦਾ, ਮੈਂ ਬੋਲਣਾ ਬੰਦ ਕਰਤਾ ਤਾਂ ਉਹ ਆਵਾਜ਼ ਤੁਹਾਡੇ ਕੰਨ ਦੇ ਵਿੱਚ ਕੁਝ ਸਮੇਂ ਦੇ ਲਈ ਰਹੇਗੀ। ਉਹ ਕਿੰਨੇ ਸਮੇਂ ਦੇ ਲਈ ਰਹੇਗੀ, 0.1 ਸੈਕਿੰਡ ਦੇ ਲਈ ਉਹ ਵਾਲੀ ਵੋਇਸ ਤੁਹਾਡੇ ਕੰਨ ਦੇ ਵਿੱਚ ਰਹੇਗੀ। ਐਵਰੀਵਨ ਓਕੇ।
ਤਾਂ ਜੇ ਇਹਨੂੰ ਸੈੱਟ ਨਾ ਕੀਤਾ ਗਿਆ ਤਾਂ ਤੁਹਾਨੂੰ ਪਤਾ ਹੈ ਕੰਨ ਦੇ ਨੂੰ ਸਹੀ ਤਰੀਕੇ ਨਾਲ ਸੁਣਾਈ ਨਹੀਂ ਦੇਊਗਾ, ਇੰਟਰਫੇਰੈਂਸ ਹੋਣ ਲੱਗ ਜੂਗੀ ਸਿਗਨਲਸ ਦੀ, ਤਾਂ ਇਸ ਤਰੀਕੇ ਨਾਲ ਫਿਰ ਤੁਸੀਂ ਅੱਛੀ ਤਰੀਕੇ ਨਾਲ ਸੁਣ ਨਹੀਂ ਸਕਦੇ। ਤਾਂ ਜੋ ਵੀ ਸਿਨੇਮਾ ਹਾਲ ਬਣਾਏ ਹੁੰਦੇ ਨੇ ਤਾਂ ਉਹ ਸਾਰਾ ਕੁਝ ਇਹਨਾਂ ਨੂੰ ਦੇਖ ਕੇ ਹੀ ਬਣਾਇਆ ਜਾਂਦਾ ਹੁੰਦਾ। ਐਵਰੀਵਨ ਓਕੇ। ਐਟ ਦੀ ਮੂਨ ਇਕੋ ਇਜ਼ ਨੋਟ ਹੀਅਰਡ, ਤਾਂ ਮੂਨ ਦੇ ਵਿੱਚ ਆਪਾਂ ਇਕੋ ਸੁਣ ਹੀ ਨਹੀਂ ਸਕਦੇ ਕਿ ਡਿਊ ਟੂ ਐਬਸੈਂਸ ਆਫ ਐਟਮੋਸਫੇਅਰ, ਉਹਦਾ ਐਟਮੋਸਫੇਅਰ ਹੀ ਨਹੀਂ ਹੈਗਾ, ਮਤਲਬ ਏਅਰ ਹੀ ਨਹੀਂ ਹੈਗੀ ਉੱਥੇ। ਤਾਂ ਜਦੋਂ ਹਵਾ ਹੀ ਨਹੀਂ ਹੈਗੀ ਤਾਂ ਸਾਊਂਡ ਕੀ ਟਰੈਵਲ ਕਰੇਗੀ, ਤਾਂ ਇੱਕੋ ਸੁਣਾਈ ਨਹੀਂ ਦੇਗੀ ਆਪਾਂ ਨੂੰ। ਓਕੇ, ਤਾਂ ਇੱਕ ਸੋਨਾਰ ਬਹੁਤ ਫੇਮਸ ਡਿਵਾਈਸ ਹੈ, ਕਦੇ ਸੁਣਿਆ ਹੋਗਾ ਰਡਾਰ ਸੋਨਾਰ, ਆਪਾਂ ਪਹਿਲਾਂ ਲਾਈਟ ਚੈਪਟਰ 'ਚ ਡਿਸਕਸ ਕਰ ਚੁੱਕੇ ਹਾਂ। ਤਾਂ ਸੋਨਾਰ ਜਿਹੜਾ ਹੁੰਦਾ ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ, ਤਾਂ ਬਹੁਤ ਵਾਰੀ ਇਹਦੀ ਫੁੱਲ ਫਾਰਮ ਹੀ ਬਹੁਤ ਵਾਰੀ ਆ ਜਾਂਦੀ ਹੁੰਦੀ ਹੈ। ਓਕੇ, ਤਾਂ ਨੈਕਸਟ ਦੇਖੋ, ਤਾਂ ਸੋਨਾਰ ਕੀ ਹੁੰਦਾ, ਇਟ ਇਜ਼ ਅ ਡਿਵਾਈਸ ਦੈਟ ਇਜ਼ ਬੇਸਡ ਔਨ ਦੀ ਪ੍ਰਿੰਸੀਪਲ ਆਫ ਰਿਫਲੈਕਸ਼ਨ ਆਫ ਅਲਟਰਾਸੋਨਿਕ ਵੇਵਸ। ਇਹ ਕੁਐਸਚਨ ਬਹੁਤ ਵਾਰੀ ਆਇਆ ਵੀ ਸੋਨਾਰ ਦੇ ਵਿੱਚ ਕਿਹੜੀਆਂ ਵੇਵਸ ਦਾ ਆਪਾਂ ਯੂਜ਼ ਕਰਦੇ ਹਾਂ, ਅਲਟਰਾਸੋਨਿਕ ਵੇਵਸ ਦਾ ਯੂਜ਼ ਕਰਦੇ ਹਾਂ ਟੂ ਡਿਟੈਕਟ ਦੀ ਪ੍ਰੈਜੈਂਸ ਆਫ ਅੰਡਰ ਵਾਟਰ ਆਬਜੈਕਟ, ਕਿਉਂਕਿ ਨਾ ਜਿਹੜਾ ਸ਼ਿਪਸ ਵੱਡੇ ਵੱਡੇ ਸਮੁੰਦਰੀ ਜਹਾਜ਼ ਹੁੰਦੇ ਨੇ ਤਾਂ ਉਹ ਜਿੰਨੇ ਉੱਪਰ ਹੁੰਦੇ ਨੇ ਉਸ ਤੋਂ ਜ਼ਿਆਦਾ ਨੀਚੇ ਹੁੰਦੇ ਨੇ, ਤਾਂ ਉਹ ਨੀਚੋਂ ਦੀ ਦੇਖ ਕੇ ਚੱਲਦੇ ਨੇ ਵੀ ਨੀਚੇ ਕੋਈ ਆਬਜੈਕਟ ਹੈ ਤਾਂ ਨਹੀਂ ਹੈਗਾ, ਤਾਂ ਉਹਦੇ ਲਈ ਆਪਾਂ ਸੋਨਾਰ ਆਬਜੈਕਟਸ ਦਾ ਹੀ ਯੂਜ਼ ਕਰਦੇ ਹਾਂ, ਅਲਟਰਾਸੋਨਿਕ ਵੇਵ ਯੂਜ਼ ਕਰਦੇ ਆ ਸੋਨਾਰ ਦੇ ਵਿੱਚ, ਠੀਕ ਹੈ ਨਾ। ਤਾਂ ਸਾਊਂਡ ਦਾ ਹੀ ਫੀਲਿੰਗਾਂ ਨੇ। ਸਮ ਕਾਮਨ ਯੂਜ਼ ਕੀ ਨੇ ਸੋਨਾਰ ਦੇ, ਆਪਾਂ ਦੇਖਦੇ ਹਾਂ ਵੀ ਮੇਨ ਯੂਜ਼ ਕੀ ਨੇ ਸੋਨਾਰ ਦੇ। ਡਿਟੈਕਟਿੰਗ ਐਨੀਮੀ ਸਬਮਰਾਈਨ, ਵੀ ਐਨੀਮੀ ਦੇ ਸਬਮਰਾਈਨ ਕਿੱਥੇ ਕੋਈ ਡੁੱਬੀ ਹੋਈ ਐਨੀਮੀਜ਼ ਦੇ ਆਪਾਂ ਨੂੰ ਮਿਲਦੀ ਹੈ ਇਸ ਦੇ ਥਰੂ। ਟੂ ਡਿਟਰਮਾਈਨ ਸੀ ਡੈਪਥ, ਜੇ ਆਪਾਂ ਨੇ ਸੀ ਦੀ ਡੈਪਥ ਲੱਭਣੀ ਉਹ ਕਿੰਨਾ ਕੁ ਡੂੰਘਾ ਸਮੁੰਦਰ ਹੈ ਤਾਂ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਟੂ ਫਾਈਂਡਿੰਗ ਆਈਸਬਰਗ, ਜਿਹੜੇ ਵੱਡੇ ਆਈਸਬਰਗ ਹੁੰਦੇ ਨੇ ਬੇਟਾ ਸਮੁੰਦਰਾਂ ਦੇ ਵਿੱਚ, ਤਾਂ ਉਹਨਾਂ ਨੂੰ ਡਿਟੈਕਟ ਕਰਨ ਦੇ ਕੰਮ ਆਉਂਦਾ ਹੈ। ਸ਼ਿਪ ਟੂ ਸ਼ਿਪ ਕਮਿਊਨੀਕੇਸ਼ਨ, ਜੇ ਆਪਾਂ ਸ਼ਿਪ ਦੇ ਵਿੱਚ ਬੈਠੇ ਕਮਿਊਨੀਕੇਸ਼ਨ ਕਰਨੀ ਹੈ ਤਾਂ ਸੋਨਾਰ ਦਾ ਹੀ ਯੂਜ਼ ਕਰ ਸਕਦੇ ਹਾਂ ਆਪਾਂ। ਐਵਰੀਵਨ ਓਕੇ, ਨੈਕਸਟ ਦੇਖੋ, ਹੁਣ ਆ ਗਿਆ ਕਰੈਕਟਰਿਸਟਿਕਸ ਆਫ ਸਾਊਂਡ, ਤਾਂ ਸਾਊਂਡ ਵੇਵਸ ਦੀਆਂ ਕੀ ਕਰੈਕਟਰਿਸਟਿਕਸ ਨੇ। ਓਕੇ, ਤਾਂ ਬੇਟਾ ਗੱਲ ਯਾਦ ਰੱਖਿਓ ਬਿਲਕੁਲ, ਸੈਕਿੰਡ ਥਿਊਰੀ ਪਾਰਟ ਆ ਬਸ ਆਪਣਾ ਸਾਊਂਡ ਚੈਪਟਰ ਪੂਰਾ ਕੰਪਲੀਟ ਹੋ ਜਾਏਗਾ, ਇਸ ਤੋਂ ਬਾਅਦ MCQ ਦੀ ਸੀਰੀਜ਼ ਚੱਲੇਗੀ। ਐਵਰੀਵਨ ਓਕੇ, ਤਾਂ ਮਤਲਬ ਥਿਊਰੀ ਪਾਰਟ ਬਸ ਦੋ ਚੈਪਟਰ ਦੋ ਪਾਰਟਸ ਵਿੱਚ ਆਪਣਾ ਕੰਪਲੀਟ ਹੋ ਗਿਆ। ਹੁਣ ਆਪਣੇ MCQ ਆਉਣਗੇ ਅੱਗੇ 200 MCQ ਇਹਦੇ ਹੋਣਗੇ ਨੀਅਰ ਅਬਾਊਟ, ਤਾਂ ਸਟੇ ਟਿਊਨ, ਕੀ ਵਾਚਿੰਗ ਵੀਡੀਓਜ਼। ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀਆਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਪਲੀਜ਼ ਫਰੈਂਡਸ ਦੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਬੇਟਾ। ਓਕੇ, ਕਰੈਕਟਰਿਸਟਿਕ ਹੈ ਦਾ ਲਾਊਡਨੈਸ, ਉੱਚਾਪਨ ਆਪਾਂ ਗੱਲ ਕਰਦੇ ਹਾਂ। ਇਟ ਡਿਪੈਂਡਸ ਅਪੋਨ ਐਂਪਲੀਟਿਊਡ ਆਫ ਦੀ ਸਿਗਨਲ, ਤਾਂ ਐਂਪਲੀਟਿਊਡ ਦੇ ਤੇ ਡਿਪੈਂਡ ਕਰਦਾ, ਮਤਲਬ ਜੇ ਮੰਨ ਕੇ ਚੱਲੋ ਇਹ ਨਾ ਸਿਗਨਲ ਹੁੰਦੇ ਨੇ ਤਾਂ ਇਸ ਤਰੀਕੇ ਨਾਲ ਸਿਗਨਲ, ਇੱਕ ਸਿਗਨਲ ਦਾ ਆਹ ਵਾਲਾ ਐਂਪਲੀਟਿਊਡ, ਇਹਨੂੰ ਬੋਲਦੇ ਨੇ ਐਂਪਲੀਟਿਊਡ, ਇੰਨੇ ਕੁ ਬੋਲੇ ਨੂੰ। ਤਾਂ ਜੇ ਹੁਣ ਇੱਕ ਜ਼ਿਆਦਾ ਇਸ ਤੋਂ ਬੜਾ ਆ ਗਿਆ ਤਾਂ ਮਤਲਬ ਜਿਹੜਾ ਆਹ ਵਾਲਾ ਐਂਪਲੀਟਿਊਡ ਹੋ ਗਿਆ ਇਸ ਦੀ ਵੈਲਿਊ ਜ਼ਿਆਦਾ ਐਜ਼ ਕੰਪੇਅਰ ਟੂ ਆਹ ਵਾਲੀ ਵੈਲਿਊ, ਹੈ ਨਾ। ਤਾਂ ਜਿਹਦਾ ਐਂਪਲੀਟਿਊਡ ਜ਼ਿਆਦਾ ਹੋਊਗੀ ਲਾਊਡਨੈਸ, ਉੱਚਾਪਨ ਉਹਦਾ ਓਨਾ ਹੀ ਕੀ ਹੋਊਗਾ, ਜ਼ਿਆਦਾ ਹੋਊਗਾ। ਤਾਂ ਬਹੁਤ ਵਾਰੀ ਆਉਂਦਾ ਵੀ ਲਾਊਡਨੈਸ ਜਿਹੜੀ ਸਾਊਂਡ ਹੈ ਕਿਸ ਦੇ ਉੱਤੇ ਡਿਪੈਂਡ ਕਰਦੀ ਹੈ, ਤਾਂ ਇਹ ਡਿਪੈਂਡ ਕਰਦੇ ਆ ਐਂਪਲੀਟਿਊਡ ਆਫ ਦੀ ਸਿਗਨਲ ਦੇ ਉੱਤੇ। ਹਾਇਰ ਦੀ ਐਂਪਲੀਟਿਊਡ ਹਾਇਰ ਵਿਲ ਬੀ ਦੀ ਲਾਊਡਨੈਸ, ਜਿੰਨੀ ਜ਼ਿਆਦਾ ਹਾਇਰ ਐਂਪਲੀਟਿਊਡ ਹੋਊਗਾ ਉਨੀ ਜ਼ਿਆਦਾ ਸਾਊਂਡ ਵੀ ਲਾਊਡਨੈਸ ਵੀ ਹਾਇਰ ਹੋਏਗੀ। ਯੂਨਿਟ ਪੁੱਛਦਾ ਹੁੰਦਾ ਲਾਊਡਨੈਸ ਦੀ ਕੀ ਹੁੰਦਾ, ਫੋਨ, ਤਾਂ ਇਹ ਬਹੁਤ ਵਾਰੀ ਆਉਂਦਾ ਯੂਨਿਟ ਆਫ ਲਾਊਡਨੈਸ ਕੀ ਹੁੰਦਾ, ਫੋਨ। ਨੈਕਸਟ ਇੱਕ ਹੁੰਦਾ ਬੇਟਾ ਪਿਚ, ਇਹਨੂੰ ਬੋਲਦੇ ਨੇ ਤਿੱਖਾਪਨ, ਆਵਾਜ਼ 'ਚ ਕਿੰਨਾ ਕੁ ਤਿੱਖਾਪਨ ਹੈਗਾ, ਠੀਕ ਹੈ। ਤਾਂ ਪਿਚ ਡਿਪੈਂਡਸ ਅਪੋਨ ਫ੍ਰੀਕੁਐਂਸੀ, ਤਾਂ ਬਹੁਤ ਫੇਮਸ ਕੁਐਸਚਨ ਹੈ। ਜਿਹੜੀ ਪਿਚ ਹੈਗੀ ਹੈ ਸਾਊਂਡ ਸਿਗਨਲ ਕਿਤੇ ਡਿਪੈਂਡ ਕਰਦੀ ਹੈ, ਇਹ ਫ੍ਰੀਕੁਐਂਸੀ ਉੱਤੇ ਡਿਪੈਂਡ ਕਰਦੀ ਹੈ। ਜਿੰਨੀ ਜ਼ਿਆਦਾ ਗ੍ਰੇਟਰ ਫ੍ਰੀਕੁਐਂਸੀ ਹੋਏਗੀ ਸਿਗਨਲ ਦੀ ਹਾਇਰ ਵਿਲ ਬੀ ਦਾ ਪਿਚ, ਤਾਂ ਜਿੰਨੀ ਜ਼ਿਆਦਾ ਹਾਇਰ ਫ੍ਰੀਕੁਐਂਸੀ ਹੈ ਤਾਂ ਪਿਚ ਵੀ ਉਨੀ ਜ਼ਿਆਦਾ ਹੋਏਗੀ। ਪਿਚ ਇਜ਼ ਦੀ ਡਿਗਰੀ ਆਫ ਸ਼ਿਲਨੈਸ, ਮਤਲਬ ਤਿੱਖਾਪਨ, ਕਿੰਨੀ ਕੁ ਤਿੱਖੀ ਆਵਾਜ਼, ਜਿਵੇਂ ਆਪਾਂ ਕਹਿੰਦੇ ਹਾਂ ਬੱਚਿਆਂ ਦੀ ਆਵਾਜ਼ ਤਿੱਖੀ ਹੁੰਦੀ ਹੈ ਨਾ। ਜੇ ਆਪਾਂ ਗੱਲ ਕਰੀਏ ਕੰਪੈਰੀਜ਼ਨ ਲਈ, ਇਹਦੀ ਵੌਇਸ ਆਫ ਲਾਇਨ ਹੈਵ ਲੈਸਰ ਪਿਚ ਐਜ਼ ਕੰਪੇਅਰ ਟੂ ਮੋਸਕੀਟੋ, ਮੋਸਕੀਟੋ ਦੀ ਆਵਾਜ਼ ਦੀ ਪਿਚ ਜ਼ਿਆਦਾ, ਉਹਦੀ ਫ੍ਰੀਕੁਐਂਸੀ ਜ਼ਿਆਦਾ, ਬਟ ਲਾਇਨ ਦੀ ਜਿਹੜੀ ਆਵਾਜ਼ ਉਹ ਲਾਊਡਨੈਸ ਜ਼ਿਆਦਾ ਹੁੰਦੀ, ਪਿਚ ਉਹਦੀ ਘੱਟ ਹੁੰਦੀ ਹੈ। ਤਾਂ ਜਿਹੜੀ ਲਾਇਨ ਦੀ ਵੌਇਸ ਹੁੰਦੀ ਹੈ ਉਹ ਜ਼ਿਆਦਾ ਉੱਚਾਪਨ ਹੁੰਦਾ ਬਟ ਉਹ ਤਿੱਖਾਪਨ ਨਹੀਂ ਹੁੰਦਾ ਹੈਗਾ, ਬਟ ਮੋਸਕੀਟੋ ਦੀ ਵੌਇਸ ਵਿੱਚ ਤਿੱਖਾਪਨ ਜ਼ਿਆਦਾ ਹੁੰਦਾ, ਤਾਂ ਹੀ ਤਾਂ ਆਪਾਂ ਜ਼ਿਆਦਾ ਇਰੀਟੇਟ ਹੋ ਜਾਂਦੇ ਹਾਂ ਮੋਸਕੀਟੋ ਤੋਂ। ਤਾਂ ਚਿਲਡਰਨ ਵੌਇਸ ਹੈ ਮੋਰ ਪਿਚ ਐਜ਼ ਕੰਪੇਅਰ ਟੂ ਮੈਨ ਐਂਡ ਵੀਮੈਨ, ਤਾਂ ਤਿੰਨਾਂ ਦਾ ਕੰਪੈਰੀਜ਼ਨ ਕਰੀਏ, ਮੈਨ ਦੇ ਵਿੱਚ ਪਿਚ ਜ਼ਿਆਦਾ ਘੱਟ ਹੁੰਦੀ ਹੈ, ਵੀਮੈਨ 'ਚ ਉਸ ਤੋਂ ਥੋੜ੍ਹੀ ਜ਼ਿਆਦਾ, ਚਿਲਡਰਨ ਸਭ ਤੋਂ ਜ਼ਿਆਦਾ ਪਿਚ ਹੁੰਦੇ ਆ, ਕਿ ਦੈਟਸ ਏ ਬੱਚਿਆਂ ਦੇ ਜਿਹੜੇ ਚੀਖਾਂ ਹੁੰਦੀਆਂ ਨੇ ਉਹ ਸੁਣਾਈ ਨਹੀਂ, ਮਤਲਬ ਇਰੀਟੇਟ ਕਰ ਦਿੰਦੀਆਂ ਨੇ, ਕਿਉਂਕਿ ਉਹਨਾਂ ਦੀ ਪਿਚ ਫ੍ਰੀਕੁਐਂਸੀ ਪਿਚ ਸਿਗਨਲ ਜ਼ਿਆਦਾ ਹੁੰਦਾ ਹੈ। ਐਵਰੀਵਨ ਓਕੇ, ਨੈਕਸਟ ਕੁਆਲਿਟੀ, ਕੁਆਲਿਟੀ ਔਰ ਟਿੰਬਰ। ਕੁਆਲਿਟੀ ਕੀ ਹੁੰਦੀ ਹੈ ਬੇਟਾ, ਕਹਿੰਦਾ ਦੀ ਪ੍ਰੋਪਰਟੀ ਬਾਈ ਵਿਚ ਟੂ ਸਾਊਂਡਸ ਆਫ ਸੇਮ ਪਿਚ ਐਂਡ ਸੇਮ ਲਾਊਡਨੈਸ ਕੈਨ ਬੀ ਡਿਸਟਿੰਗੁਇਸ਼ ਫਰੋਮ ਵਨ ਅਨਦਰ ਕਾਲਡ ਐਜ਼ ਕੁਆਲਿਟੀ ਔਰ ਟਿੰਬਰ। ਤਾਂ ਪ੍ਰੋਪਰਟੀ, ਜੇ ਆਪਾਂ ਦੋ ਸਾਊਂਡ ਸਿਗਨਲ ਦੀ ਗੱਲ ਕਰੀਏ, ਦੋਹਾਂ ਦੇ ਵਿੱਚੋਂ
ਸੇਮ ਫ੍ਰੀਕੁਐਂਸੀ ਹੈ, ਸੇਮ ਪਿਚ ਹੈ ਤੇ ਸੇਮ ਲਾਊਡਨੈਸ ਹੈਗੀ ਹੈ, ਠੀਕ ਹੈ। ਤਾਂ ਆਪਾਂ ਕਿਵੇਂ ਡਿਫਰੈਂਸ਼ੀਏਟ ਕਰਾਂਗੇ ਦੋ ਸਿਗਨਲਸ ਨੂੰ, ਤਾਂ ਉਹਦੀ ਕੁਆਲਿਟੀ ਦੇ ਉੱਤੇ ਉਹ ਡਿਪੈਂਡ ਕਰਦਾ ਹੁੰਦਾ। ਤਾਂ ਕੁਆਲਿਟੀ ਹੀ ਹੈ ਜਦੋਂ ਆਪਾਂ ਕਹੀਏ ਦੋ ਫਰੈਂਡਸ ਦੀ ਆਵਾਜ਼ ਬਿਲਕੁਲ ਆਪਾਂ ਕਹਦੇ ਸੇਮ ਪਿਚ ਹੈਗੀ ਹੈ, ਸੇਮ ਆਪਣੀ ਲਾਊਡਨੈਸ ਹੈਗੀ ਹੈ, ਤਾਂ ਆਪਾਂ ਦੋ ਫਰੈਂਡਸ ਦੀ ਵੌਇਸ ਨੂੰ ਕਿਵੇਂ ਡਿਸਟਿੰਗੁਇਸ਼ ਕਰਾਂਗੇ, ਕਿਵੇਂ ਡਿਫਰੈਂਸ ਕਰਾਂਗੇ, ਕੁਆਲਿਟੀ ਦੀ ਹੈਲਪ ਨਾਲ ਹੀ ਆਪਾਂ ਡਿਫਰੈਂਟ ਕਰ ਸਕਦੇ। ਕੁਆਲਿਟੀ ਹੈਲਪਸ ਟੂ ਡਿਸਟਿੰਗੁਇਸ਼ ਦੀ ਆਫ ਦੀ ਵੌਇਸਿਸ ਆਫ ਆਵਰ ਫਰੈਂਡਸ। ਕੁਆਲਿਟੀ ਕਿਸ ਦੇ ਉੱਤੇ ਡਿਪੈਂਡ ਕਰਦੀ, ਜਿਵੇਂ ਲਾਊਡਨੈਸ ਬੇਟਾ ਐਂਪਲੀਟਿਊਡ ਤੇ ਡਿਪੈਂਡ ਕਰਦੀ ਹੈ, ਹੈ ਨਾ। ਫ੍ਰੀਕੁਐਂਸੀ ਡਿਪੈਂਡ ਕਰਦੀ ਹੈ, ਆਪਣੇ ਪਿਚ ਡਿਪੈਂਡ ਕਰਦੇ ਆ ਫ੍ਰੀਕੁਐਂਸੀ ਦੇ ਉੱਤੇ। ਤਾਂ ਕੁਆਲਿਟੀ ਕਿਸ ਦੇ ਉੱਤੇ ਡਿਪੈਂਡ ਕਰਦੀ ਹੈ, ਹਾਰਮੋਨਿਕਸ ਪ੍ਰੈਜ਼ੈਂਟ ਇਨ ਦੀ ਸਿਗਨਲ। ਤਾਂ ਇੱਕ ਸਿਗਨਲ ਦੇ ਵਿੱਚ ਹਾਰਮੋਨਿਕਸ ਪ੍ਰੈਜ਼ੈਂਟ ਹੁੰਦੇ ਨੇ, ਤਾਂ ਉਸ ਦੇ ਉੱਤੇ ਡਿਪੈਂਡ ਕਰਦੇ ਆ ਕੁਆਲਿਟੀ ਆਫ ਦੀ ਸਿਗਨਲ ਦੇ ਉੱਤੇ। ਓਕੇ, ਤਾਂ ਕੁਝ ਹੁਣ ਸਟਾਰ ਪੁਆਇੰਟਸ ਹੈਗੇ ਨੇ। ਇੱਕ ਰੈੱਡ ਸ਼ਿਫਟ ਇਜ਼ ਐਨ ਇਲਸਟ੍ਰੇਸ਼ਨ ਆਫ ਡੁਪਲਰ ਇਫੈਕਟ। ਤਾਂ ਇੱਕ ਨਾ ਸਾਊਂਡ ਦੇ ਜੇ ਡੁਪਲਰ ਇਫੈਕਟ ਹੁੰਦਾ ਤਾਂ ਰੈੱਡ ਸ਼ਿਫਟ ਵੀ ਫਿਨੋਮੀਨਾ ਜਿਹੜਾ ਹੈਗਾ ਉਹ ਡੁਪਲਰ ਇਫੈਕਟ ਦਾ ਹੀ ਹੈਗਾ। ਨੈਕਸਟ ਦੇਖੋ, ਰੈੱਡ ਸ਼ਿਫਟ ਐਕਸਪਲੇਨ ਦੈਟ ਆਲ ਦੀ ਗਲੈਕਸੀਜ਼ ਆਰ ਰਿਸਾਈਡਿੰਗ ਫਰੋਮ ਅਸ। ਤਾਂ ਰੈੱਡ ਸ਼ਿਫਟ ਦੱਸ ਰਿਹਾ ਜਿਹੜੇ ਗਲੈਕਸੀਜ਼ ਨੇ ਤਾਂ ਉਹ ਆਪਣੇ ਤੋਂ ਦੂਰ ਜਾ ਰਹੀਆਂ ਨੇ, ਤਾਂ ਇਹ ਰੈੱਡ ਸ਼ਿਫਟ ਦਾ ਫਿਨੋਮੀਨਾ ਹੈਗਾ। ਓਕੇ, ਨੈਕਸਟ, स्पीड ऑफ साउंड इन गैस इज प्रपोर्शनल टू स्केयर रूट ऑफ एडाबैटिक इलास्टिसिटी। देखो इन्हों का पता भी स्पीड ऑफ साउंड इलास्टिसिटी स्केयर रूट ऑफ इलास्टिसिटी, बट केड़ी इलास्टिसिटी, एडाबैटिक इलास्टिसिटी उत्ते डिपेंड करता है। नैक्सट, एक सोनोमीटर डिवाइस है, सोनोमीटर यूज टू स्टडी दी बिहेवियर ऑफ वाइब्रेटिंग स्ट्रिंग। तो जी वाइब्रेटिंग स्ट्रिंग हो रही होंगी उन्होंने स्टडी करने के लिए आप सोनोमीटर का आप यूज करते हैं। सोनार जिहड़ा हैगा इज़ बेस्ड ऑन द प्रिंसीपल ऑफ इको। तो जिहड़ा सोनार अपनी डिवाइस है वो किहड़े प्रिंसीपल दे वर्क करदा है, इको। तो इको अपना रिफ्लैक्शन दे वर्क करदा, तो ये सेम जे फिनोमिना हैगे ने सारे। दी वेव्स यूज्ड इन सोनोग्राफी आर अल्ट्रासोनिक वेव्स। तो जिवें आपां कहंदे सोनार दे विच अल्ट्रासोनिक वेव्स दा यूज़ करदे आ, तो सेम वे नाल सोनोग्राफी दे विच भी आपां अल्ट्रासोनिक वेव्स दा ही इस्तेमाल करदे आ। डेसीबल इज़ द यूनिट फॉर मेजरिंग इंटेंसिटी ऑफ साउंड। तो साउंड की किन्नी कि इंटेंसिटी है वो किहदे ते डिपेंड, किवें मेजर करांगे, डेसीबल यूनिट दे विच। तो डी भी बहुत फेमस, तुसीं यूनिट डेसीबल सुनी होगी। तो डेसीबल अपनी इंटेंसिटी ऑफ साउंड आपां मेजर करते हैगे आ। नैक्सट, अल्ट्रासोनिक वेव्स आर यूज्ड बाय बैट्स टू डिटेक्ट देयर फ्लाइंग पाथ। तो तुहानूं पता है जिहड़े बैट्स हुंदे ने जे उन्होंने अपने रस्ते लभने होंगे तो अल्ट्रासोनिक वेव्स का ही वो यूज़ करते, फूड के लिए भी तो अपने रस्तियां के लिए भी अल्ट्रासोनिक वेव्स का यूज़ करते हैं। साउंड वेव्स डू नॉट एग्जीक्यूट द फिनोमिना ऑफ पोलराइजेशन। बहुत बारी पहला भी डिस्कस कर चुके हैं, साउंड वेव पोलराइजेशन फिनोमिना हैपन नहीं करते हैं, ठीक है। नैक्सट, अ रडार बीम कंसिस्ट ऑफ माइक्रोवेव। जिमें सोनार आप कह दें अल्ट्रासोनिक वेव्स का इस्तेमाल करते हैं, रडार अपना माइक्रोवेव्स का यूज़ करते हैं, ठीक है। नैक्सट, एक्सरेज आर स्ट्रीम ऑफ फोटोन्स। जे तुहानूं पूछे एक्सरेज की स्ट्रीम है, फोटोन्स की स्ट्रीम हैगी है। तो एक्सरेज एब्जॉर्प्शन विल बी मैक्सिमम फॉर द शीट ऑफ लैड। तो तीन चार ऑप्शन दिते होंगे, तो मैक्सिमम जी एब्जॉर्प्शन होंगी एक्सरेज की वो अपनी शीट ऑफ लैड दे विच मैक्सिमम होंगी है। मार्कोनी डिस्कवर्ड वायरलैस कम्युनिकेशन। तो जे तुहानूं दस्सो कोई वायरलैस कम्युनिकेशन किहने डिस्कवर की सी, मार्कोनी नाम के परसन ने डिस्कवर की सी वायरलैस कम्युनिकेशन। नैक्सट, मैक्सवैल फस्ट प्रोडिक्टेड द एग्जिस्टेंस ऑफ EM वेव। तो कोई पूछे EM वेव द एग्जिस्टेंस सब तो पहले किहने दस्सिया भी हाँ हो सकती है, नहीं तो प्रोडिक्ट करने वाला परसन मैक्सवैल सीगा, ठीक है। हर्ट्ज वॉज फर्स्टली डेमोस्ट्रेटेड ऑन द एक्सपैरीमेंटली द एग्जिस्टेंस ऑफ EM वेव। तो हर्ट्ज नाम का परसन पहला सीगा जिन्हें दस्सिया भी एक्सपैरीमेंटली प्रूफ किया भी हाँ EM वेव्स हैगियां ने। देखो मैक्सवैल नूं तां थोड़ा जिहा अंदाजा लगाया सी मैक्सवैल ने भी हाँ EM वेव्स हो सकदियां ने, बट इन्हें प्रूफ करता सीगा हर्ट्ज ने एक्सपैरीमेंट नाल। गामा रेज जिहड़ियां हुंदे ने, गामा रेज जिहड़ियां हुंदियां ने कैन कॉज जीन म्यूटेशन। एक जीन दी म्यूटेशन हुंदा है तो उहदे च गामा रेज दा आपां यूज़ करदे हां। रेजोनेंस कॉलम एक डिवाइस है इज यूज टू डिटरमाइन स्पीड ऑफ साउंड इन एयर। तो जे तुहानूं पूछे रेजोनेंस कॉलम किहदे लई आपां यूज़ करदे हां, स्पीड ऑफ साउंड इन एयर दे लई। ते एक कुंडट्स ट्यूब हैगी है यूज़ करदे आ कैलकुलेटिंग द स्पीड ऑफ साउंड इन गैस दे विच। तो स्पीड ऑफ साउंड इन एयर दे विच कवे तो रेजोनेंस कॉलम, ते कुंडट्स ट्यूब दे विच स्पीड ऑफ साउंड इन गैस दे विच आपां यूज़ करदे आ। तो थैंक यू एवरीवन फॉर वॉचिंग माई कंप्लीट वीडियो।
ਤਾਂ ਜੇਕਰ ਤੁਹਾਨੂੰ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੈ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ। ਇਸ ਦੇ ਨਾਲ ਆਪਣਾ ਸਾਊਂਡ ਚੈਪਟਰ ਕੰਪਲੀਟ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਆਪਾਂ MCQ ਦੀ ਸੀਰੀਜ਼ ਕੱਲ ਤੋਂ ਆਪਾਂ ਸਟਾਰਟ ਕਰ ਦਾਂਗੇ। ਇਸ ਦੇ ਬੈਸਟ ਜਿਹੜੇ 200 ਕੁਐਸਚਨ ਹੋਣਗੇ MCQ, ਤਾਂ ਪਲੀਜ਼ ਆਪਣਾ ਕੀਪ ਵਾਚਿੰਗ ਆਲ ਦੀ ਵੀਡੀਓਜ਼। ਜੇਕਰ ਤੁਹਾਨੇ ਪਹਿਲਾਂ ਵਾਲੀ ਵੀਡੀਓਜ਼ ਨਹੀਂ ਦੇਖੀਆਂ ਤਾਂ ਸਾਰੀਆਂ ਵੀਡੀਓਜ਼ ਨੂੰ ਧਿਆਨ ਨਾਲ ਦੇਖਿਆ ਕਰੋ, ਤਾਂ ਫਿਰ ਤੁਹਾਨੂੰ ਹਰ ਟੌਪਿਕ ਬਹੁਤ ਅੱਛੀ ਤਰੀਕੇ ਨਾਲ ਸਮਝ ਆਊਗਾ। ਥੈਂਕ ਯੂ ਐਵਰੀਵਨ।